ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਸੁਖਮਨੀ ਮਹੱਲਾ ਪੰਜਵੇਂ ਦੀ ਬਾਣੀ। 23 ਸ਼ਲੋਕ ਤੇ 23 ਅਸ਼ਟਪਦੀਆਂ ਆਪਾਂ ਵਿਚਾਰ ਲਈਆਂ ਹਨ। 24ਵਾਂ ਸ਼ਲੋਕ ਤੇ 24ਵੀਂ ਅਸ਼ਟਪਦੀ, ਜੋ ਕਿ ਅਖੀਰਲਾ ਸ਼ਲੋਕ ਤੇ ਅਖੀਰਲੀ ਅਸ਼ਟਪਦੀ ਹੈ, ਅੱਜ ਆਪਾਂ ਉਸ ਦੀ ਵਿਚਾਰ ਕਰਾਂਗੇ। ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਪ੍ਰਭੂ ਨੂੰ ਆਰਾਧਨਾ, ਜਿਨ੍ਹਾਂ ਨੇ ਪੂਰੇ ਪ੍ਰਭੂ ਨੂੰ ਆਰਾਧਿਆ ਹੈ ਤੇ ਜਿਹਨੇ ਪੂਰੇ ਪ੍ਰਭੂ ਨੂੰ ਪਾ ਲਿਆ, ਕਿਉਂਕਿ ਪੂਰੇ ਦਾ ਨਾਮ ਵੀ ਪੂਰਾ ਹੈ। ਜਿਨ੍ਹਾਂ ਨੇ ਫਿਰ ਉਸ ਪੂਰੇ ਨੂੰ ਪਾਇਆ ਹੈ, ਮਹਾਰਾਜ ਸਮਝਾਉਂਦੇ ਨੇ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਫਿਰ ਪੂਰੇ ਦੇ ਗੁਣ ਗਾਉਂਦੇ ਨੇ, ਜਿਨ੍ਹਾਂ ਨੇ ਪੂਰੇ ਪ੍ਰਭੂ ਨੂੰ ਆਰਾਧਿਆ, ਜਿਸ ਦਾ ਪੂਰਾ ਨਾਮ ਹੈ, ਕਿਉਂਕਿ ਆਪ ਵੀ ਨਿਰੰਕਾਰ, ਉਸ ਦਾ ਨਾਮ ਵੀ ਨਿਰੰਕਾਰ ਹੈ। ਆਪ ਵੀ ਹਰ ਥਾਂ ਮੌਜੂਦ ਹੈ, ਉਸ ਦਾ ਨਾਮ ਵੀ ਹਰ ਥਾਂ ਮੌਜੂਦ ਹੈ। ਇਸ ਕਰਕੇ ਉਸ ਨੂੰ ਜਿਨ੍ਹਾਂ ਪਾ ਲਿਆ, ਉਸ ਦੇ ਗੁਣ ਗਾਉਂਦੇ ਨੇ। ਪਾਇਆ ਕਿਵੇਂ ਹੈ, ਉਹ ਆਪਾਂ ਕੱਲ ਵਿਚਾਰਿਆ ਸੀ ਕਿ ਜਿਨ੍ਹਾਂ ਤੇ ਖੁਸ਼ ਹੁੰਦਾ ਹੈ ਉਹਨਾਂ ਉਸ ਨੂੰ ਜਾਣ ਲੈਂਦੇ ਨੇ, ਕਿਉਂਕਿ ਆਪ ਪ੍ਰਭੂ ਉਹਨਾਂ ਨੂੰ ਜਨਾ ਦਿੰਦਾ ਹੈ, ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਆਪ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਆਪਾ ਜਨਾ ਦਿੰਦਾ ਹੈ, ਬੁਝਾ ਦਿੰਦਾ ਹੈ। ਤੇ ਜਿਨ੍ਹਾਂ ਨੂੰ ਬੁਝਾ ਦਿੰਦਾ, ਜਿਹੜੇ ਉਸ ਨੂੰ ਜਾਣ ਲੈਂਦੇ ਨੇ, ਉਹਨਾਂ ਨੂੰ ਸਦਾ ਸੁਖ ਹੈ। ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਉਹ ਜੀਵਨ ਮੁਕਤ ਹੋ ਜਾਂਦੇ ਨੇ, ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਵਸ ਜਾਂਦਾ ਹੈ। ਉਸੇ ਨੂੰ ਕੁਲਵੰਤ ਕਿਹਾ ਹੈ, ਉਸੇ ਨੂੰ ਧਨਵੰਤ ਕਿਹਾ ਹੈ, ਪਤਵੰਤ ਕਿਹਾ ਹੈ ਤੇ ਜੀਵਨ ਮੁਕਤ। ਧਨ 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 ਜਨ ਆਇਆ, ਜਿਸ ਪ੍ਰਸਾਦ ਜਗਤ ਸਭ ਜਗਤ ਤਰਾਇਆ। ਫਿਰ ਐਸੇ ਜਨਾਂ ਦੇ ਸੰਗ ਦੇ ਨਾਲ ਸਾਰਾ ਸੰਸਾਰ ਵੀ ਤਰ ਸਕਦਾ ਹੈ। ਜਿਵੇਂ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ, ਜਿਨ੍ਹਾਂ ਨੇ ਗਿਆਨ ਲਿਆ, ਕਿਉਂਕਿ ਇਹ ਨਹੀਂ ਜਿਹੜੇ ਗੁਰ ਦਾ ਗਿਆਨ ਲੈ ਕੇ ਕਮਾਉਂਦੇ ਨੇ, ਉਹ ਤਰ ਜਾਂਦੇ ਨੇ। ਜਿਹੜੇ ਪੂਰੇ ਪ੍ਰਭੂ ਦੇ ਗੁਣਾਂ ਨੂੰ ਸੁਣਦੇ ਨੇ, ਨੇੜੇ ਦਿਖਦੇ ਨੇ। ਜਿਸ ਪ੍ਰਸਾਦ ਧਨ 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 ਜਨ ਆਇਆ, ਜਿਸ ਪ੍ਰਸਾਦ ਸ ਜਗਤ ਤਰਾਇਆ। ਜਨ ਆਪਨ ਕਾਇਆ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਕਿਉਂਕਿ ਜਨ ਦੇ ਸੰਗ ਕਰਨ ਦੇ ਨਾਲ ਹੀ ਸਾਡੇ ਚਿੱਤ ਦੇ ਵਿੱਚ ਨਾਮ ਵਸਦਾ ਹੈ। ਜਨ ਦੇ ਆਉਣ ਦਾ ਮਨੋਰਥ ਹੀ ਸੰਸਾਰ 'ਚ ਇਹ ਹੈ। ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਾਮ ਸਕਾਰ। ਆਪ ਮੁਕਤ, ਜੀਵਨ ਮੁਕਤ ਹੋ ਗਿਆ, ਕਿਉਂਕਿ ਹਿਰਦੇ 'ਚ ਪ੍ਰਭੂ ਵਸ ਗਿਆ। ਤੇ ਫਿਰ ਦੂਜਿਆਂ ਨੂੰ ਗਿਆਨ ਦੇ ਕੇ ਮੁਕਤ ਕਰਾਉਣਾ ਹੈ, ਇਹ ਮਨੋਰਥ ਹੈ। ਇਸ ਕਰਕੇ ਐਸੇ ਜਨਾਂ ਦਾ ਸੰਗ ਕਰਕੇ, ਐਸੇ ਜਨਾਂ ਕੋਲ ਜਾ ਕੇ ਅਸੀਂ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਦੇ ਹਾਂ, ਮੁਕਤ ਹੋ ਜਾਂਦੇ ਹਾਂ। ਇਹ ਤੱਕ ਆਪਾਂ ਵਿਚਾਰਿਆ ਸੀ ਤਾਂ ਕਿ ਅਗਲਾ ਸ਼ਲੋਕ ਤੇ ਅਸ਼ਟਪਦੀ ਸਾਨੂੰ ਸਮਝ ਆ ਜਾਵੇ, ਕਿਉਂਕਿ ਸ਼ਲੋਕ ਤੇ ਅਸ਼ਟਪਦੀ ਬੜੇ ਤਰਤੀਬ ਦੇ ਨਾਲ ਲਿਖੇ ਗਏ ਨੇ।
ਇੱਕ ਇੱਕ ਕਦਮ ਚੱਲ ਕੇ ਅਸੀਂ ਉਸ ਅਵਸਥਾ 'ਚ ਪਹੁੰਚ ਜਾਂਦੇ ਹਾਂ ਜਿੱਥੇ ਅਸੀਂ ਆਪਣੇ ਜੀਵਨ ਦਾ ਉਧਾਰ ਕਰ ਸਕਦੇ ਹਾਂ। ਆਓ ਅਸ਼ਟਪਦੀ ਵਿਚਾਰਦੇ ਹਾਂ 24ਵੀਂ। ਪੂਰਾ ਪ੍ਰਭ ਆਰਾਧਿਆ ਸਲੋਕ ਦੇ ਵਿੱਚ ਆਪਾਂ ਵਿਚਾਰਿਆ ਹੈ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਫਿਰ ਪੂਰੇ ਪ੍ਰਭੂ ਨੂੰ ਪਾ ਲੈਂਦੇ, ਪੂਰੇ ਦੇ ਗੁਣ ਗਾਉਂਦੇ ਨੇ। ਉਹ ਫਿਰ ਸਾਨੂੰ ਗਿਆਨ ਦਿੰਦੇ ਨੇ ਜੇ ਆਪਾਂ ਉਸ ਪ੍ਰਭੂ ਦਾ ਆਪਣੇ ਜੀਵਨ ਦਾ ਉਧਾਰ ਕਰਨਾ ਹੈ, ਫਿਰ ਆਪਾਂ ਨੂੰ ਐਸੇ ਜਨਾਂ ਦਾ ਉਪਦੇਸ਼ ਗੁਰ ਸੁਣ ਕੇ ਮੰਨਣਾ ਪਵੇਗਾ। ਉਹ ਸਾਨੂੰ ਗਿਆਨ ਦਾ ਸੁਰਮਾ ਨੇਤਰਾਂ 'ਚ ਪਾਉਣਗੇ। ਸਮਰ ਸਮਝਾਉਂਦੇ ਨੇ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਅਸ਼ਟਪਦੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਪੂਰੇ ਗੁਰ ਦਾ ਉਪਦੇਸ਼ ਸੁਣ ਕੇ ਉਪਦੇਸ਼ ਕੀ ਹੋਏਗਾ ਕਿ ਪਾਰ ਬ੍ਰਹਮ ਨੂੰ ਨੇੜੇ ਕਿਵੇਂ ਦੇਖਣਾ ਹੈ। ਉਹ ਸਾਨੂੰ ਉਹ ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾਉਣਗੇ, ਗੁਰ ਜੁਗਤੀ ਦੇਣਗੇ। ਪੂਰਾ ਗੁਰ ਹੋਏਗਾ ਉਹਨਾਂ ਦਾ, ਕਿਉਂਕਿ ਉਹਨਾਂ ਪੂਰੇ ਪ੍ਰਭੂ ਨੂੰ ਆਰਾਧਿਆ ਹੋਇਆ ਹੈ, ਪੂਰੇ ਨੂੰ ਪਾਇਆ ਹੈ। ਇਸ ਕਰਕੇ ਉਸ ਪ੍ਰਭੂ ਦਾ ਦਿੱਤਾ ਹੋਇਆ ਗੁਰ ਹੈ ਆਪਣੇ ਜਨਾਂ ਦੁਆਰਾ। ਸਾਸ ਸਾਸ ਸਿਮਰੋ ਗੋਬਿੰਦ। ਸਵਾਸ ਸਾਸ, ਜਿੱਥੋਂ ਸਵਾਸ ਆਉਂਦਾ ਹੈ ਸਾਨੂੰ ਉੱਥੇ ਫਿਰ ਸਿਮਰਨਾ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਸਵਾਸ ਗ੍ਰਾਸ 'ਤੇ ਧਿਆਨ ਲਾਉਂਦੇ ਹਾਂ, ਫਿਰ ਜਿੱਥੋਂ ਸਵਾਸ ਆ ਰਹੇ ਨੇ ਉਸ ਦੇ ਵਿੱਚ ਜਾ ਕੇ ਸਮਾਉਂਦੇ ਹਾਂ ਜੋ ਸਾਨੂੰ ਪਾਲਣਹਾਰ ਹੈ। ਇਸ ਕਰਕੇ ਉਸ ਪ੍ਰਭੂ ਨੂੰ ਸਿਮਰਦੇ ਹਾਂ। ਉਹਦੇ ਨਾਲ ਕੀ ਹੋਏਗਾ? ਮਨ ਅੰਤਰ ਕੀ ਉਤਰੈ ਚਿੰਤ। ਮਨ ਦੇ ਅੰਦਰ ਜਿਹੜੀ ਚਿੰਤਾ ਹੈ ਉਹ ਖਤਮ ਹੋ ਜਾਏਗੀ। ਆਸ ਅਨਿਤ ਤਿਆਗੋ ਤਰੰਗ, ਹੋਰ ਆਸਾਵਾਂ ਤਿਆਗ ਦਿੰਦੇ ਨੇ, ਕਿਉਂਕਿ ਮਨ ਇਹਨਾਂ ਆਸ਼ਾਵਾਂ ਦੀਆਂ ਲਹਿਰਾਂ ਦੇ ਵਿੱਚ ਚੱਲਦਾ ਹੈ। ਸਥਿਰ ਹੋਣ ਵਾਸਤੇ ਸਾਨੂੰ ਆਸ਼ਾਵਾਂ ਦੀਆਂ ਲਹਿਰਾਂ ਦੇ ਵਿੱਚੋਂ ਨਿਕਲਣਾ ਪੈਂਦਾ ਹੈ। ਤੇ ਫਿਰ ਆਪਾਂ ਮੰਗਣਾ ਕੀ ਹੁੰਦਾ? ਇਹ ਆਸ਼ਾਵਾਂ ਛੱਡ ਕੇ ਸੰਤ ਜਨਾਂ ਕੀ ਤੂਰ ਮਨ ਮੰਗ। ਵੀ ਸੰਤਾਂ ਦੇ ਬਚਨ ਸਾਨੂੰ ਮਿਲਦੇ ਰਹਿਣ, ਅਸੀਂ ਸੰਤਾਂ ਦੇ ਬਚਨ ਸੁਣਦੇ ਰਹੀਏ। ਭਾਵ ਸੰਤਾਂ ਦੁਆਰਾ ਗਿਆਨ ਦਾ ਸੁਰਮਾ ਸਾਡੇ ਨੇਤਰਾਂ ਦੇ ਵਿੱਚ ਪੈਂਦਾ ਰਹੇ, ਜਦੋਂ ਤੱਕ ਸਾਨੂੰ ਸਾਡੇ ਨੇਤਰਾਂ ਦਾ ਜਿਹੜਾ ਭਰਮ ਹੈ, ਭਰਮ ਦਾ ਪਰਦਾ ਹੈ, ਪੂਰਾ ਦੂਰ ਨਹੀਂ ਹੋ ਜਾਂਦਾ। ਸਾਨੂੰ ਬਿਲਕੁਲ ਪਾਰ ਬ੍ਰਹਮ ਨੇੜੇ ਦਿਖਣਾ ਨਹੀਂ ਸ਼ੁਰੂ ਹੋ ਜਾਂਦਾ, ਉਦੋਂ ਤੱਕ ਅਸੀਂ ਸੰਤ ਜਨਾਂ ਦੀ ਤੂਰ ਮੰਗਦੇ ਰਹਿਣਾ ਹੈ। ਆਪ ਛੋੜ ਬੇਨਤੀ ਕਰੋ। ਆਪਣਾ ਗਿਆਨ ਛੱਡ ਕੇ, ਆਪਾ ਛੋੜ ਕੇ ਹੈ ਕਿ ਆਪਾ ਛੱਡ ਕੇ, ਆਪਣਾ ਗਿਆਨ ਛੱਡ ਕੇ ਬੇਨਤੀ ਕਰੂੰਗੇ ਜਦੋਂ ਸੰਤ ਜਨਾਂ ਦਾ ਸੰਗ ਕਰੂੰਗੇ, ਸਾਧੂ ਜਨਾਂ ਦਾ। ਸਾਧ ਸੰਗ ਅਗਨ ਸਾਗਰ ਤਰੋ। ਫਿਰ ਸਾਧੂ ਜਨਾਂ ਦਾ ਸੰਗ ਕਰਕੇ, ਕਿਉਂਕਿ ਉਹ ਉਪਦੇਸ਼ ਹੈ ਜਿਹੜਾ ਉਸ ਅਵਸਥਾ 'ਚ ਜਾ ਕੇ ਹੀ ਦਿੱਤਾ ਜਾਂਦਾ ਹੈ। ਸੰਤ ਜਨ ਸਾਨੂੰ ਸਾਧੂ ਜਨਾਂ ਦਾ ਭੇਦ ਦਿੰਦੇ ਨੇ, ਜਿੱਥੋਂ ਸਾਨੂੰ ਗੁਰ ਜੁਗਤੀ ਮਿਲਦੀ ਹੈ। ਤੇ ਉਹਨਾਂ ਦਾ ਉਪਦੇਸ਼ ਫਿਰ ਅਸੀਂ ਸੁਣ ਕੇ ਅਗਨ ਸਾਗਰ ਨੂੰ ਪਾਰ ਕਰ ਜਾਂਦੇ, ਤਰ ਜਾਂਦੇ ਹਾਂ। ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੇ ਭਰ ਲਿਓ ਭੰਡਾਰ। ਹਰੀ ਦੇ ਧਨ ਦੇ ਭੰਡਾਰ ਭਰ ਲਿਓ, ਕਿਉਂਕਿ ਜੋ ਸੱਚਾ ਧਨ ਹੈ, ਹਰੀ ਦਾ ਧਨ ਜਿਹੜਾ ਨਾਮ ਧਨ ਹੈ, ਉਹ ਸੱਚਾ ਧਨ ਹੈ ਤੇ ਦੂਜਾ ਝੂਠਾ ਧਨ ਹੈ। ਬੇਸ਼ੱਕ ਸੰਸਾਰਿਕ ਧਨ ਦੀ ਵੀ ਸਾਨੂੰ ਜ਼ਰੂਰਤ ਹੈ, ਲੇਕਿਨ ਇਹ ਸੰਸਾਰ ਤੱਕ ਹੈ, ਸਰੀਰ ਤੱਕ ਸੀਮਤ ਹੈ, ਕਿਉਂਕਿ ਸਰੀਰ ਦਾ ਪਤਾ ਨਹੀਂ ਕਦੋਂ ਨਾਸ ਹੋ ਜਾਣਾ ਹੈ। ਇਸ ਕਰਕੇ ਜੇ ਸਾਡੇ ਕੋਲ ਅਗਲਾ ਧਨ ਵੀ ਹੋਏਗਾ ਤੇ ਫਿਰ ਸਾਡੇ ਕੋਲ ਇਹ ਧਨ ਵੀ ਹੋਏਗਾ ਤੇ ਅਗਲਾ ਧਨ ਵੀ ਹੋਏਗਾ, ਫਿਰ ਅਸੀਂ ਅਸਲੀ ਧਨਵੰਤ ਹਾਂ। ਇੱਥੇ ਵਾਲਾ ਧਨ ਥੋੜ੍ਹਾ ਵੀ ਹੋਵੇ, ਅਗਲਾ ਧਨ ਪੂਰਾ ਹੋਵੇ, ਫਿਰ ਵੀ ਅਸੀਂ ਧਨਵੰਤ ਹਾਂ, ਕਿਉਂਕਿ ਉਹ ਸੱਚਾ ਧਨ ਹੈ, ਇਹ ਝੂਠਾ ਧਨ ਹੈ।
ਇਸ ਕਰਕੇ ਉਸ ਧਨ ਦੇ ਭੰਡਾਰ ਭਰਨੇ ਨੇ ਜਿਹੜਾ ਸਾਡੇ ਨਾਲ ਹੀ ਚੱਲਦਾ ਹੈ। ਨਾਨਕ ਗੁਰ ਪੂਰੇ ਨਮਸਕਾਰ। ਇਹ ਭੰਡਾਰ ਭਰਦਾ ਕਿਵੇਂ ਹੈ? ਜਦੋਂ ਅਸੀਂ ਪੂਰਾ ਗੁਰ ਲੈ ਕੇ ਬਾਰ-ਬਾਰ ਗੁਰ ਨੂੰ ਨਮਸਕਾਰ ਕਰਦੇ ਹਾਂ, ਕਿਸੇ ਇਨਸਾਨ ਨੂੰ ਨਹੀਂ, ਗੁਰ ਨੂੰ। ਗੁਰ ਅਸੀਂ ਲੈਂਦੇ ਹਾਂ, ਪਹਿਲਾਂ ਨੇਤਰ ਸਮ ਕਰਦੇ ਹਾਂ, ਮਨ ਨਿਭਦਾ ਹੈ। ਉਸ ਨੂੰ ਵਾਰ-ਵਾਰ ਕਰਨ ਦੇ ਨਾਲ ਹੀ ਅਸੀਂ ਉਸ ਧਨ ਦੇ ਭੰਡਾਰ ਨੂੰ ਭਰ ਲੈਂਦੇ ਹਾਂ, ਜਿਹੜਾ ਅਖੁੱਟ ਖਜ਼ਾਨਾ ਹੈ, ਜਿਸ ਨੂੰ ਕੋਈ ਚੁਰਾ ਨਹੀਂ ਸਕਦਾ, ਜਿਸ ਨੂੰ ਪੌਣ ਉਡਾ ਨਹੀਂ ਸਕਦੀ, ਜਿਸ ਨੂੰ ਪਾਣੀ ਡੋਬ ਨਹੀਂ ਸਕਦਾ, ਅਗਨ ਜਲਾ ਨਹੀਂ ਸਕਦੀ, ਤਸਕਰ ਚੁਰਾ ਨਹੀਂ ਸਕਦੇ। ਐਸਾ ਧਨ ਹੈ ਜਿਹੜਾ ਜਿੰਨਾ ਮਰਜ਼ੀ ਖਾਈਏ ਖਰਚੀਏ ਤੋਟ ਨਹੀਂ ਆਉਂਦੀ। ਖੇਮ ਕੁਸ਼ਲ ਸਹਿਜ ਆਨੰਦ। ਇਸ ਦੇ ਨਾਲ ਕੀ ਹੋਏਗਾ ਕਿ ਸਹਿਜ ਪ੍ਰਗਟ ਹੋ ਜਾਂਦਾ ਹੈ। ਜਿੱਥੇ ਆਨੰਦ ਵਸਦਾ ਹੈ, ਜਿੱਥੇ ਸਭ ਕੁਸ਼ਲ ਆਨੰਦ ਦੀ ਅਵਸਥਾ ਹੈ, ਸੁਖ ਦੀ ਅਵਸਥਾ ਹੈ, ਅਟਲ ਸੁਖ ਪ੍ਰਾਪਤ ਹੋ ਜਾਂਦਾ ਹੈ। ਸਾਧ ਸੰਗ ਭਜ ਪਰਮਾਨੰਦ। ਐਸੇ ਸਾਧੂ ਜਨਾਂ ਦਾ ਸੰਗ ਕਰਕੇ ਪ੍ਰਭੂ ਨੂੰ, ਉਸ ਪਰਮਾਨੰਦ ਨੂੰ ਭਜਣਾ ਹੈ, ਉਸ ਦਾ ਗਿਆਨ ਲੈਣਾ ਹੈ। ਉਹ ਸਾਨੂੰ ਦੱਸਦੇ ਨੇ ਕਿਵੇਂ ਆਪਾਂ ਉਸ ਨੂੰ ਨੇੜੇ ਦੇਖਣਾ ਹੈ। ਨਰਕ ਨਿਵਾਰ ਉਦਾਰੋ ਜੀਓ। ਨਰਕਾਂ ਨੂੰ ਨਿਵਾਰ ਦੇਣਾ ਹੈ, ਆਪਣੇ ਜੀ ਦਾ ਉਦਾਰ ਕਰਨਾ ਹੈ, ਆਪੇ ਦਾ ਉਦਾਰ ਕਰਨਾ ਹੈ, ਨਰਕਾਂ ਤੋਂ ਛੁੱਟ ਜਾਣਾ ਹੈ। ਕਿਉਂਕਿ ਜਦੋਂ ਅਸੀਂ ਸਾਧੂ ਜਨਾਂ ਦਾ ਸੰਗ ਕਰਦੇ ਹਾਂ ਤੇ ਫਿਰ ਸਾਨੂੰ ਨਰਕ ਨਹੀਂ ਜਾਣਾ ਪੈਂਦਾ। ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ, ਗੁਰ ਪੂਰੈ ਉਪਦੇਸਿਆ, ਨਰਕ ਨਾਹੇ ਸਾਧ ਸੰਗ। ਜਦੋਂ ਸਾਧੂ ਜਨ ਪੂਰੇ ਗੁਰ ਦਾ ਉਪਦੇਸ਼ ਦੇ ਦਿੰਦੇ ਨੇ, ਅਸੀਂ ਸੰਗ ਕਰਕੇ ਉਹ ਗਿਆਨ ਲੈ ਲੈਂਦੇ ਹਾਂ, ਫਿਰ ਸਾਨੂੰ ਨਰਕ ਨਹੀਂ ਜਾਣਾ ਪੈਂਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਆਪਣੇ ਜੀਵਨ ਆਪੇ ਦਾ ਉਦਾਰ ਕਰ ਲਓ, ਨਰਕਾਂ ਤੋਂ ਛੁਟਕਾਰਾ ਕਰੋ। ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਜੋ ਗੋਬਿੰਦ ਗੁਣ ਹੈ, ਗੁਰ ਦਾ ਗਿਆਨ, ਉਹ ਰਸ ਨੂੰ ਪ੍ਰਾਪਤ ਕਰੋ। ਉਹ ਰਸ ਹੀ ਗੋਬਿੰਦ ਦਾ ਰਸ ਹੈ। ਉਸ ਨੂੰ ਮਨ ਦੁਆਰਾ, ਮਨ ਦੇ ਵਿੱਚ ਵਸਾਓ, ਮਨ ਦੁਆਰਾ ਉਸ ਨੂੰ ਪੀਓ। ਚਿਤ ਚਿਤਵੋ ਨਾਰਾਇਣ ਏਕ। ਚਿਤ ਦੇ ਵਿੱਚ ਇੱਕ ਨਾਰਾਇਣ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਨੂੰ ਚਿਤਵੋ। ਹੋਰ ਨਹੀਂ ਚਿਤਵਨਾ, ਉਸ ਇੱਕ ਨਾਰਾਇਣ ਨੂੰ, ਨਿਰੰਕਾਰ ਨੂੰ ਚਿਤਵੋ। ਏਕ ਰੂਪ ਜਾ ਕੇ ਰੰਗ ਅਨੇਕ। ਉਸ ਨੇ ਅਨੇਕਾਂ ਤਰ੍ਹਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਲੇਕਿਨ ਉਸ ਦਾ ਇੱਕ ਹੀ ਰੂਪ ਹੈ, ਉਹ ਹੈ ਪ੍ਰਕਾਸ਼ ਰੂਪ, ਜੋਤ ਸਰੂਪ, ਜੋ ਸਾਰਿਆਂ ਦੇ ਵਿੱਚ ਹੈ, ਜੋ 84 ਲੱਖ ਜੂਨ ਦੇ ਵਿੱਚ ਹੈ, ਉਸ ਦੀ ਜੋਤ। ਇਸ ਕਰਕੇ ਉਹ ਪ੍ਰਕਾਸ਼ ਰੂਪ ਹੈ। ਉਸ ਦੀ ਮਾਇਆ ਅਨੇਕਾਂ ਰੂਪਾਂ ਦੇ ਵਿੱਚ ਹੈ। ਗੋਪਾਲ ਦਮੋਦਰ ਦੀਨ ਦਿਆਲ। ਉਹ ਸੰਸਾਰ ਨੂੰ ਪਾਲਣ ਵਾਲਾ ਹੈ, ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ। ਉਹ ਦੀਨਾ ਤੇ ਦਿਆਲੂ ਹੈ, ਕਿਰਪਾਲੂ ਹੈ। ਦੁੱਖ ਭੰਜਨ ਪੂਰਨ ਕਿਰਪਾਲ। ਦੁੱਖਾਂ ਦਾ ਨਾਸ਼ ਕਰਨ ਵਾਲਾ ਉਹ ਪਰਮੇਸ਼ਰ ਪੂਰਾ ਕਿਰਪਾਲੂ ਹੈ, ਦਿਆਲੂ ਹੈ। ਉਸ ਨੂੰ ਚਿਤਵਨਾ ਹੈ ਮਨ ਦੇ ਵਿੱਚ। ਸਿਮਰ ਸਿਮਰ ਨਾਮ ਬਾਰੰਬਾਰ। ਹੁਣ ਉਹ ਗੁਰ ਦਾ ਗਿਆਨ ਲੈ ਕੇ ਬਾਰ-ਬਾਰ ਉਸ ਨੂੰ ਸਿਮਰਨਾ ਹੈ, ਬਾਰ-ਬਾਰ ਗੁਰ ਨੂੰ ਨਮਸਕਾਰ ਕਰਨਾ ਹੈ। ਨਾਨਕ ਜੀ ਕਾ ਇਹ ਆਧਾਰ। ਇਹੀ ਆਧਾਰ ਹੈ ਜੀ ਦਾ ਕਿ ਅਸੀਂ ਗੁਰ ਨੂੰ ਲੈ ਕੇ ਬਾਰ-ਬਾਰ ਉਸ ਨੂੰ ਨਮਸਕਾਰ ਕਰਾਂਗੇ ਤੇ ਸਾਡਾ ਆਧਾਰ ਹੋ ਜਾਣਾ ਹੈ। ਮਨ ਦਾ ਆਧਾਰ ਇਹੀ ਹੈ। ਉੱਤਮ ਸ਼ਲੋਕ ਸਾਧ ਕੇ ਬਚਨ। ਜੋ ਸਾਧੂ ਜਨਾਂ ਦੇ ਬਚਨ ਨੇ, ਕਿਉਂਕਿ ਆਪ ਪ੍ਰਭੂ ਦੇ ਬਚਨ ਨੇ, ਸਾਧੂ ਦੀ ਰਚਨਾ ਤੇ ਆਪ ਬੋਲਦਾ ਹੈ। ਇਸਕੇ ਉੱਤਮ ਨੇ, ਸਭ ਤੋਂ ਉੱਤਮ ਬਚਨ ਨੇ। ਅਮਲੀਕ ਲਾਲ ਇਹ ਰਤਨ। ਇਹ ਕਿਸੇ ਕੀਮਤ ਤੇ ਨਹੀਂ ਮਿਲਦੇ, ਇਹਨਾਂ ਦੀ ਕੋਈ ਕੀਮਤ ਨਹੀਂ ਹੈ, ਅਮੁੱਲ ਨੇ। ਇਹ ਰਤਨ ਨੇ, ਇਹ ਲਾਲ ਨੇ, ਜੋ ਕਿ ਪ੍ਰਭੂ ਦੇ ਦਿੱਤੇ ਹੋਏ ਬਚਨ ਨੇ।
ਇਸ ਕਰਕੇ ਇਹ ਸ਼ਲੋਕ ਉੱਤਮ ਬਚਨ ਨੇ ਸਾਧੂ ਜਨਾਂ ਦੇ, ਕਿਉਂਕਿ ਆਪ ਪ੍ਰਭੂ ਨੇ ਦਿੱਤੇ ਨੇ। ਇਸ ਦੀ ਕੋਈ ਕੀਮਤ ਨਹੀਂ ਹੈ, ਅਮੁੱਲ ਨੇ। ਸੁਣਤ ਕਮਾਵਤ ਹੋਤ ਉਦਾਰ। ਜਦੋਂ ਅਸੀਂ ਸੁਣਾਂਗੇ ਸਾਧੂ ਜਨਾਂ ਦੇ ਬਚਨਾਂ ਨੂੰ, ਕਿਹੜਾ ਗੁਰ ਦਾ ਗਿਆਨ ਸੁਣਾਂਗੇ, ਤੇ ਫਿਰ ਉਸ ਨੂੰ ਕਮਾਵਾਂਗੇ। ਸੁਣਤ ਕਮਾਵਤ ਹੋਤ ਉਦਾਰ, ਇਹਦੇ ਨਾਲ ਸਾਡਾ ਉਦਾਰ ਹੋਣਾ ਹੈ। ਆਪ ਤਰੈ ਲੋਕੈ ਨਿਸਤਾਰ। ਜਿਹੜਾ ਜੀਵ ਇਹਨਾਂ ਬਚਨਾਂ ਨੂੰ ਸੁਣਦਾ ਹੈ, ਕਮਾਉਂਦਾ ਹੈ, ਉਸ ਦਾ ਉਦਾਰ ਹੋ ਜਾਂਦਾ ਹੈ, ਆਪ ਤਰ ਜਾਂਦਾ ਹੈ, ਲੋਕਾਂ ਨੂੰ ਵੀ ਤਾਰਦਾ ਹੈ, ਦੂਜਿਆਂ ਨੂੰ ਵੀ ਗਿਆਨ ਦੇ ਕੇ ਤਾਰਦਾ ਹੈ। ਕਿਉਂਕਿ ਤਾਰੇਗਾ ਕੌਣ? ਜਿਹੜਾ ਆਪ ਤਰੇਗਾ। ਜਿਹੜਾ ਖੁਦ ਹੀ ਡੁੱਬ ਜਾਏਗਾ ਉਹ ਦੂਜਿਆਂ ਨੂੰ ਨਹੀਂ ਤਾਰੇਗਾ। ਜੋ ਡੁਬੈਂਦੋ ਆਪ ਸੇ ਤਾਰੇ ਕਿਨਖੇ, ਤਾਰਿੰਦਰੇ ਪੀ ਤਾਰ, ਨਾਨਕ ਹਰਿ ਸਿਉ ਰਤਿਆ। ਜਿਹੜੇ ਹਰੀ ਚ ਰਤੇ ਨੇ, ਆਪ ਤਰੇ ਨੇ, ਉਹ ਹੀ ਤਾਰ ਸਕਦੇ ਨੇ। ਜਿਹੜੇ ਖੁਦ ਡੁੱਬਦੇ ਨੇ ਉਹ ਕਿਸੇ ਨੂੰ ਨਹੀਂ ਤਾਰ ਸਕਦੇ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ ਵੀ ਜਿਹੜੇ ਸਾਧੂ ਜਨਾਂ ਦੇ ਬਚਨਾਂ ਨੂੰ ਸੁਣ ਕੇ ਕਮਾਉਂਦੇ ਨੇ, ਉਹਨਾਂ ਦਾ ਉਦਾਰ ਹੋ ਜਾਂਦਾ, ਉਹ ਆਪ ਤਰ ਜਾਂਦੇ ਨੇ, ਲੋਕਾਂ ਨੂੰ ਵੀ ਤਾਰਦੇ ਨੇ। ਸਫਲ ਜੀਵਨ ਸਫਲਤਾ ਕਾ ਸੰਗ। ਉਹਨਾਂ ਦਾ ਆਪਣਾ ਸਫਲ ਜੀਵਨ ਹੈ, ਤੇ ਜਿਹੜੇ ਜੀਵ ਉਹਨਾਂ ਦਾ ਸੰਗ ਕਰਦੇ ਨੇ, ਉਹਨਾਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦਾ ਸੰਗ ਕਰਨਾ ਵੀ ਸਫਲ ਹੈ। ਉਹਨਾਂ ਨੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਜੁੜਨਾ ਹੈ। ਜਾ ਕੇ ਮਨ ਲਾਗਾ ਹਰ ਰੰਗ। ਜਿਨ੍ਹਾਂ ਦੇ ਮਨ ਨੂੰ ਹਰੀ ਦਾ ਰੰਗ ਲੱਗਿਆ ਹੈ, ਉਹਨਾਂ ਦਾ ਜੀਵਨ ਸਫਲ ਹੈ, ਤੇ ਉਹਨਾਂ ਦਾ ਸੰਗ ਵੀ ਕਰਨ ਵਾਲਾ ਸਫਲ ਹੋ ਜਾਂਦਾ ਹੈ। ਜੈ ਜੈ ਸ਼ਬਦ ਅਨਾਹਦ ਵਾਜੈ। ਫਿਰ ਜਿੱਥੇ ਜਿੱਥੇ ਵੀ ਉਹ ਗਿਆਨ ਦਿੰਦੇ ਨੇ ਗੁਰ ਸ਼ਬਦ ਦਾ, ਅਨਾਹਦ ਸ਼ਬਦ ਦਾ, ਜਿਹੜੇ ਉਹ ਗਿਆਨ ਸੁਣਦੇ ਨੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ। ਉਹ ਸੁਣ ਸੁਣ ਕੇ ਆਨੰਦ ਕਰਦੇ ਨੇ, ਕਿਉਂਕਿ ਉਹ ਬਚਨ ਪ੍ਰਭੂ ਦੇ ਦਿੱਤੇ ਹੋਏ ਬਚਨ ਨੇ। ਆਪ ਪ੍ਰਭੂ ਸਾਧੂ ਦੀ ਰਸਨਾ ਤੋਂ ਬੋਲ ਕੇ ਆਪ ਬੋਲਦਾ, ਆਪ ਗੱਜਦਾ ਹੈ, ਤੇ ਜਿਹੜੇ ਜੀਵ ਸੁਣਦੇ ਨੇ ਉਹਨਾਂ ਨੂੰ ਵੀ ਆਨੰਦ ਆਉਂਦਾ ਹੈ। ਪ੍ਰਗਟੇ ਗੋਪਾਲ ਮਹਾਤਕਾ ਮਾਥੇ। ਜਿਨ੍ਹਾਂ ਦੇ ਮਸਤਕ ਤੇ ਪ੍ਰਭੂ ਪ੍ਰਗਟ ਹੈ, ਨਾਨਕ ਉਦਰੇ ਤਿਨ ਕੈ ਸਾਥੇ। ਉਹਨਾਂ ਦਾ ਸੰਗ ਕਰਨ ਨਾਲ ਉਹੀ ਫਿਰ ਇਸ ਸ਼ਬਦ ਦਾ ਗਿਆਨ ਦਿੰਦੇ ਨੇ। ਉਹਨਾਂ ਦਾ ਸੰਗ ਕਰਕੇ ਹੀ ਉਦਾਰ ਹੁੰਦਾ ਹੈ, ਜਿਨ੍ਹਾਂ ਦੇ ਮਸਤਕ ਤੇ ਪ੍ਰਗਟ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਸਤਕ ਪਦਮ ਦੁਆਲੇ ਮਨੀ, ਮਾਹੇ ਨਿਰੰਜਨ ਤ੍ਰਿਪਵਨ ਧਨੀ। ਪੰਜ ਸ਼ਬਦ ਨਿਰਮੈਲ ਵਾਜੈ, ਟੁਲਕੈ ਚਵਰ ਸਖ ਗਨ ਗਾਜੈ। ਦਲ ਮਲ ਦੇ ਤੋ ਗੁਰਮੁਖ ਗਿਆਨ, ਦੇਣੀ ਜਾਚੈ ਤੇਰੋ ਨਾਮ। ਤੇ ਉਹ ਫਿਰ ਗੁਰਮੁਖਾਂ ਦਾ ਗਿਆਨ ਇਹਨਾਂ ਦੈਤਾਂ ਨੂੰ, ਜਿਹੜੇ ਪੰਜ ਚੋਰ ਨੇ, ਇਹਨਾਂ ਨੂੰ ਦਲ ਮਲ ਦਿੰਦਾ ਹੈ। ਸਰਨ ਜੋਗ ਸੁਣ ਸਰਨੀ ਆਏ। ਹੁਣ ਇੱਥੇ ਬਾਰੇ ਸਮਝਾਉਂਦੇ ਨੇ ਕਿ ਇੱਥੇ ਸਰਨ ਦੇ ਵਿੱਚ ਕੌਣ ਆਉਂਦੇ ਜੀਵ? ਜਿਹੜੇ ਸਰਨ 'ਚ ਆਉਣ ਦੇ ਯੋਗ ਨੇ, ਜਿਨ੍ਹਾਂ ਤੇ ਪ੍ਰਭੂ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਇਸ ਦੇ ਯੋਗ ਬਣਾ ਦਿੰਦਾ ਹੈ। ਕਿਉਂਕਿ ਆਪਾਂ ਖੁਦ ਯੋਗ ਨਹੀਂ ਬਣ ਸਕਦੇ। ਜਦ ਤੱਕ ਉਸ ਪ੍ਰਭੂ ਦੀ ਰਹਿਮਤ ਨਹੀਂ ਹੁੰਦੀ, ਆਪਾਂ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਣ ਦੇ ਯੋਗ ਨਹੀਂ ਹੋ ਸਕਦੇ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਰਹਿ ਰਸ ਦੀ ਬਾਣੀ ਦੇ ਵਿੱਚ ਕਿ ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ। ਤੇਰਾ ਕੀਤਾ ਅਸੀਂ ਨਹੀਂ ਜਾਣਦੇ, ਪਰ ਤਾਂ ਸਾਨੂੰ ਆਪਣੇ ਜੋਗ ਬਣਾ ਲਿਆ ਹੈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ। ਮੈਂ ਤਾਂ ਨਿਰਗੁਣ ਆਰਾ ਹਾਂ, ਮੇਰੇ ਕੋਲ ਤਾਂ ਕੋਈ ਗੁਣ ਨਹੀਂ ਸੀ। ਆਪੇ ਤਰਸ ਪਿਓਈ। ਆਪ ਹੀ ਪ੍ਰਭੂ ਨੂੰ ਤਰਸ ਆਇਆ ਕਿ ਉਸਨੇ ਮੈਨੂੰ ਆਪਣੇ ਜੋਗ ਬਣਾ ਲਿਆ। ਉਸ ਦੀ ਮਿਹਰਮਤ ਨਾਲ ਹੀ ਮਿਲਾਪ ਹੋਇਆ ਤੇ ਜੀਵਨ ਕੈਸਾ ਬਣ ਗਿਆ ਕਿ ਤੇਰਾ ਨਾਮ ਮਿਲੇ ਤਾਂ ਹੀ ਜੀਵਨ ਹੈ। ਕਿਉਂਕਿ ਮਿਲਾਪ ਹੋ ਗਿਆ ਪ੍ਰਭੂ ਦਾ, ਤਰਸ ਪਿਆ ਮਿਹਰਾਮਤ ਹੋਈ,
सतगुर सज्जन मिलिया, नानक नाम मिले तां जीवा, तन मन थीवै हरिया। फिर तन मन हरिया भरिया हो जाता है। इस करके सतगुर समझाते हैं कि उस प्रभु की शरण दे विच जाओ, संगत दे विच, क्योंकि आप ही प्रभु वसदा है, साधु जिन्हों के हिरदे च वसदा है, संगत विच आप होंदा है। पर उत्थे वो आउंदे ने जिन्हां नूं जोग बनाउंदा है। सरन जोग सुन सरनी आए, कर किरपा प्रभ आप मिलाए। आप प्रभु किरपा करके मिलाउंदा है। मिट गए बैर भय सब रेन, फिर अंदरों बैर विरोध खत्म हो जाता है। सारे रेन धूड़ी बन जाते हैं प्रभु के चरणों की। अमृत नाम साध संग लैन, जेड़े साधु जन का संग करके ये अमृत जेड़ा है नाम गुर का शब्द ज्ञान, अमृत बाणी, गुरबाणी, सच्ची बाणी, वो सारी वो साधु जन का संग करके जदों लैंदे हन ते उहदे नाल मन निभदा है ते अंदरों बैर खत्म हो जाता है। जिवें इत्थे समझाउंदे ने कि साडे अंदरों भी बैर खत्म हो गया। मिट गए बैर भय सब रेन, अमृत नाम साध संग लैन, सुप्रसन्न भये गुरदेव। गुरदेव खुश हो गए, सुप्रसन्न हो गए। पूर्ण होई सेवक की सेवा, सेवक की सेवा पूरी हो गई। गुरदेव खुश हो गया, प्रसन्न हो गया। कदों? जदों अंदरों बैर विरोध खत्म करके मन सारियां दी रेन हो गया। जाका मन होए सगल की रीना, हर हर नाम तिन कट कट चीना। क्योंकि मन नीवा होएगा तो प्रभु नूं पाउंदा है, प्रभु उसनूं ऊंचा करता है। ਉਹੀ प्रभु दे नज़रां च ऊंचा है जेड़ा अपने आप नूं नीच समझदा है। आपस को जो जाने नीचा, सौगनिया सब ते ऊंचा। जाका मन होए सगल की रीना, हर हर नाम तिन कट कट चीना। मन अपने ते बुरा मिटाना, पेख है सगल श्रेष्ठ साजना। इदा वे बैर खत्म हो गए, मन रेन हो गया। साधु जन का संग करके जदों ये अमृत वचन सुने, ए ना गुर दे ज्ञान नाम नूं सुनिया, ते फिर गुरदेव खुश हो गया ते सेवा सेवक दी पूरी हो गई। आल जंजाल बिकारते रहते। हुण ऐसे सेवक फिर आल जंजाल तो रहत हो जाते ने। विचारां किहड़ियां करदे? सिर्फ प्रभु मिलाप दी, प्रभु दी सिफ सलाह, प्रभु नूं किवें देखना है, किवें मिलना है, किवें मन प्रभु नूं किहड़ा मन पाउंदा है, किवें चलना है, वो सारी विचार फिर वो करते ने। आल जंजाल त्रैगुणी विचारां खत्म हो जांदियां ने। राम नाम सुन रसना कहते। इस करके वो कहते वो राम नाम नूं सुन, वो रसना द्वारा सानू ज्ञान देंदे ने गुर दा, ते वो सुन क्योंकि वो होर ज्ञान नहीं देंदे, आल जंजाल तो रहत हुंदे ने। कर प्रसाद दया प्रवतारी, ऐदा फिर प्रभु दया करता है, कृपा करता है, फिर सानू ये गुर दा प्रसाद देंदा है, ज्ञान देंदा है। नानक ने भी खेप हमारी, ये फिर खेप जिहड़ी है ये निभदी है साडी दरगाह तक। ये परलोक दा तन है, ये परलोक दा सौदा है। प्रभु की उस्तत करो संत मीत। हुण प्रभु की उस्तत है, वो संत मीत करते ने, संत करते ने। पर करते किवें ने? सावधान एकाग्र चीत, मन नूं सावधान करते ने। आप देखते हैं सावधान होंदे हाँ बिल्कुल सीधे। इदां ही इत्थे मन सावधान होंदा जदों एकाग्र हो जाता है, उसे सावधान। आप भी देखते हैं जदों सावधान कराउंदे ने, एकाग्र बिल्कुल सीधा होना होंदा है, ना उधर इधर हिलदे। इत्थे मन सावधान करते हैं, एक चित होना, एकाग्र होना है। फिर उस्तत प्रभु दी हुंदी है, सज्जा खब्बा छड्डना पैंदा है। सुखमनी सहज गोबिंद गुण नाम,
ਫਿਰ ਸੁੱਖਾਂ ਦੀ ਮਣੀ ਸਹਿਜ ਦੇ ਵਿੱਚ ਉਸ ਪ੍ਰਭੂ ਦਾ ਨਾਮ ਹੈ, ਗੋਬਿੰਦ ਦਾ ਨਾਮ ਹੈ। ਜਿਸ ਮਨ ਵਸੈ ਸੋ ਹੋਤ ਨਿਦਾਨ। ਜਿਹੜੇ ਮਨ ਵਿੱਚ ਵਸ ਜਾਂਦਾ ਹੈ ਉਸ ਨੂੰ ਉਹ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਆਪ ਵੀ ਜਿੱਥੇ ਵਸ ਗਿਆ ਪੂਰਾ ਖਜ਼ਾਨਾ ਵੀ ਉਸ ਦਾ ਨਾਲ ਹੀ ਵਸ ਜਾਂਦਾ ਹੈ। ਸਰਬ ਇੱਛਾ ਤਾਂ ਕਿ ਪੂਰਨ ਹੋਏ। ਫਿਰ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਹੈ ਖਜ਼ਾਨਾ ਮਿਲ ਜਾਂਦਾ ਹੈ, ਫਿਰ ਉਹਦੀ ਸਾਰੀ ਇੱਛਾ ਪੂਰੀ ਹੋ ਜਾਂਦੀ ਹੈ, ਕਿਉਂਕਿ ਇੱਥੇ ਇੱਛਾ ਕੋਈ ਸੰਸਾਰੀ ਨਹੀਂ ਰਹਿੰਦੀ। ਇਹ ਸਮਝਣ ਦੀ ਲੋੜ ਹੈ ਕਿ ਸੰਸਾਰੀ ਇੱਛਾ ਨਹੀਂ ਹੁੰਦੀ ਕੋਈ, ਕਿਉਂਕਿ ਜੇ ਸੰਸਾਰੀ ਇੱਛਾ ਪਹਿਲੇ ਦੱਸ ਦਿੱਤਾ ਕਿ ਆਲ ਜੰਜਾਲ ਬੇਕਾਰ ਤੇ ਰਹਤੇ, ਉਹਨਾਂ ਦੀ ਇੱਛਾ ਹੀ ਕੀ ਹੈ? ਪ੍ਰਭੂ। ਜਿਨ੍ਹਾਂ ਉਸ ਅਵਸਥਾ ਜਾ ਕੇ, ਜਿਵੇਂ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਉੱਥੇ ਫਿਰ ਮੰਗਣਾ ਹੀ ਕੀ ਰਹਿ ਜਾਂਦਾ ਹੈ? ਪ੍ਰਭੂ ਨਾਮ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦਿਓ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ। ਵੀ ਹੋਰ ਨਹੀਂ ਸਾਨੂੰ ਕੋਈ ਚਾਹੀਦਾ, ਬਸ ਤੇਰਾ ਨਾਮ ਹੀ ਚਾਹੀਦਾ ਹੈ। ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਿਆ ਮੰਗੀਏ, ਥਿਰ ਹੀ ਨਹੀਂ ਰਹਿਣਾ ਕੁਛ, ਇਸ ਕਰਕੇ ਸਾਨੂੰ ਤਾਂ ਉਹ ਨਾਮ ਹੀ ਬਖਸ਼ ਦਿਓ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਫਿਰ ਸਾਰੇ ਲੋਕ ਦੇ ਵਿੱਚ ਉਹ ਪੁਰਖ ਪ੍ਰਧਾਨ ਪ੍ਰਗਟ ਹੋ ਜਾਂਦਾ ਹੈ, ਜਿਸ ਨੂੰ ਇਹ ਖਜ਼ਾਨਾ ਪ੍ਰਭੂ ਬਖਸ਼ ਦਿੰਦਾ ਹੈ, ਜਿਹਦੇ ਹਿਰਦੇ 'ਚ ਖੁਸ਼ ਹੋ ਕੇ ਆਪ ਬਸ ਜਾਂਦਾ ਹੈ। ਉਸ ਨੂੰ ਸੰਸਾਰ ਦੇ ਵਿੱਚ ਫਿਰ ਪ੍ਰਧਾਨ, ਜਿਵੇਂ ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਹਾਂ, ਹੁਣ ਵੀ ਆਪਾਂ ਵਿਚਾਰਿਆ ਸੀ ਕਿ ਪੁਰਖ ਪ੍ਰਧਾਨ ਸੰਸਾਰ ਦੇ ਵਿੱਚ ਕਿਹੜਾ ਹੈ। ਜਿਨ੍ਹਾਂ ਦਾ ਸਾਧੂ ਜਨਾਂ ਦਾ ਸੰਗ ਕਰਕੇ ਅਭਿਮਾਨ ਖਤਮ ਹੋ ਜਾਂਦਾ ਹੈ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਆਂ ਸਭ ਤੇ ਊਚਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਕਟ ਕਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਸ਼ਟ ਸਾਜਨਾ। ਸੂਖ ਦੂਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਦੋਂ ਇਸ ਅਵਸਥਾ ਚਲੇ ਜਾਂਦਾ ਹੈ, ਉਹ ਫਿਰ ਉਹਦੇ ਹਿਰਦੇ 'ਚ ਆਪ ਪ੍ਰਭੂ ਵਸ ਜਾਂਦਾ ਹੈ, ਫਿਰ ਉਹ ਪ੍ਰਧਾਨ ਹੁੰਦਾ ਹੈ। ਉਹ ਸਭ ਤੇ ਉੱਚ ਪਾਏ ਅਸਥਾਨ, ਉਸ ਨੂੰ ਸਭ ਤੇ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ। ਮਸਤਕ, ਸਾਡੇ ਸਰੀਰ ਦੇ ਵਿੱਚ ਮਸਤਕ ਸਭ ਤੇ ਉੱਚਾ, ਮਸਤਕ ਤੇ ਜਾ ਕੇ ਪ੍ਰਗਟ ਹੋ ਜਾਂਦਾ ਹੈ ਪ੍ਰਭੂ। ਐਡਾ ਉੱਚਾ ਜਿੱਡਾ ਆਪ ਹੈ, ਓਨਾ ਉੱਚਾ ਸਥਾਨ ਮਿਲਦਾ ਹੈ, ਪਰ ਜਦੋਂ ਆਪ ਪ੍ਰਭੂ ਕਿਰਪਾ ਕਰਦਾ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇਹ ਦਾਤ ਜਿਹੜੀ ਹੈ ਨਦਰਾਂ ਦੇ ਵਿੱਚ ਗਿਆਨ ਦੁਆਰਾ ਹੁੰਦੀ ਹੈ, ਕਿਉਂਕਿ ਮਸਤਕ ਤੇ ਦਰਸ਼ਨ ਹੁੰਦੇ ਨੇ। ਪਹਿਲਾਂ ਆਪਾਂ ਨੀਚੇ ਅਭਿਆਸ ਕਰਦੇ ਹਾਂ, ਫਿਰ ਸਾਹਮਣੇ ਚਲੇ ਜਾਂਦੇ ਹਾਂ, ਫਿਰ ਮਸਤਕ ਤੇ ਪ੍ਰਗਟ ਹੋ ਜਾਂਦਾ ਹੈ, ਫਿਰ ਸਾਡਾ ਸਾਰਾ ਮੁਖ ਹੀ ਇੱਕ ਹੋ ਜਾਂਦਾ ਹੈ, ਸਾਰਾ ਆਪਾ ਖਤਮ ਹੋ ਜਾਂਦਾ ਹੈ, ਫਿਰ ਉਹੀ ਮਾਲਿਕ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ। ਬਹੁਰ ਨਾ ਹੋਵੇ ਆਵਣ ਜਾਣ, ਉਸ ਦਾ ਫਿਰ ਦੁਬਾਰਾ ਆਵਣ ਜਾਵਣ ਨਹੀਂ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਹਰ ਤਨ ਖਾਟ ਚਲੇ ਜਨ ਸੋਏ। ਇਹ ਹਰੀ ਦਾ ਤਨ ਉਹ ਜਨ ਖਟ ਕੇ ਚੱਲਦਾ ਹੈ, ਨਾਨਕ ਜਿਸੈ ਪ੍ਰਾਪਤ ਹੋਏ। ਜਿਸ ਨੂੰ ਆਪ ਪ੍ਰਭੂ ਇਹ ਖਜ਼ਾਨਾ ਬਖਸ਼ਦਾ ਹੈ, ਜਿਸ ਨੂੰ ਇਹ ਪ੍ਰਾਪਤ ਹੁੰਦਾ ਹੈ, ਪ੍ਰਭੂ ਵੱਲੋਂ ਬਖਸ਼ਿਆ ਜਾਂਦਾ ਹੈ, ਉਹ ਇੱਕ ਤਨ ਆਪ ਵੀ ਖਰਚਦਾ ਹੈ ਤੇ ਲੋਕਾਂ ਨੂੰ ਵੀ ਦਿੰਦਾ ਹੈ, ਖਾਂਦਾ ਵੀ ਹੈ, ਖਰਚਦਾ ਵੀ ਹੈ, ਤੋਟ ਨਹੀਂ ਆਉਂਦੀ ਹੈ। ਖੇਮ ਸ਼ਾਂਤ ਰਿੱਧ ਨਵ ਨਿਧ। ਫਿਰ ਸਦਾ ਮਨ ਆਨੰਦ ਵਿੱਚ, ਸਦਾ ਇਕਾਗਰ ਸ਼ਾਂਤੀ ਰਹਿੰਦੀ ਹੈ। ਤੇ ਇਹ ਸਾਰਾ ਜਿਹੜਾ ਖਜ਼ਾਨਾ ਹੈ ਨਾਮ ਦਾ,
ਉਸ ਦੇ ਕੋਲ ਹੁੰਦਾ ਹੈ, ਜਿਸ ਦੇ ਵਿੱਚ ਫਿਰ ਸਾਰਾ ਕੁਝ ਨਾਮ ਦੇ ਵਿੱਚ ਸਭ ਤੋਂ ਸ੍ਰੇਸ਼ਟ ਹੈ, ਇਹਦੇ ਅਧੀਨ ਸਭ ਕੁਝ ਆ ਜਾਂਦਾ ਹੈ। ਇਸ ਕਰਕੇ ਮੇਰਾ ਸਮਝਾਉਂਦੇ ਨੇ, ਖੇਮ ਸ਼ਾਂਤ ਰਿੱਧ ਨਵਨਿਤ, ਜਿਹੜਾ ਨਵਨਿਤ ਨਾਮ ਹੈ ਇਹਦੇ ਵਿੱਚ ਹੀ ਆਨੰਦ ਹੈ, ਇਸ ਦੇ ਅਧੀਨ ਫਿਰ ਸਾਰਾ ਕੁਝ ਹੀ ਆ ਜਾਂਦਾ ਹੈ। ਬੁੱਧ ਗਿਆਨ ਸਰਬ ਤੇ ਸਿੱਧ, ਫਿਰ ਬੁੱਧ ਵਿਵੇਕ ਬੁੱਧ ਜਿਹੜੀ ਗਿਆਨ ਜਿਹੜੀ ਸਾਰਾ ਕੁਝ ਸਾਨੂੰ ਸੋਝੀ ਦੇ ਦਿੰਦੀ ਹੈ, ਨਾਮ ਦੁਆਰਾ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਨਾਮ ਸ੍ਰੇਸ਼ਟ ਹੈ। ਵਿਦਿਆ ਤਪ ਯੋਗ ਪ੍ਰਭ ਧਿਆਨ, ਫਿਰ ਅਸਲੀ ਵਿਦਿਆ ਜਿਹੜੀ ਬ੍ਰਹਮ ਵਿਦਿਆ ਆਪਾਂ ਕਹਿੰਦੇ ਹਾਂ, ਅਸਲੀ ਮਨ ਦਾ ਤਪ, ਅਸਲੀ ਯੋਗ ਪ੍ਰਭੂ ਦੇ ਵਿੱਚ ਧਿਆਨ, ਇਹ ਸਾਰਾ ਫਿਰ ਆਪ ਹੀ ਹੋ ਜਾਂਦਾ ਜਦੋਂ ਪ੍ਰਭੂ ਸਾਡੇ ਤੇ ਦਇਆ ਕਰਦਾ ਹੈ, ਜਿਸ ਨੂੰ ਆਪ ਇੱਕ ਖਜ਼ਾਨਾ ਦਿੰਦਾ ਹੈ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਫਿਰ ਸਭ ਤੋਂ ਸ੍ਰੇਸ਼ਟ ਗਿਆਨ ਜਿਹੜੀ ਸ੍ਰੇਸ਼ਟ ਵਿਦਿਆ ਹੈ, ਬ੍ਰਹਮ ਵਿਦਿਆ ਸ੍ਰੇਸ਼ਟ ਗਿਆਨ, ਤੇ ਸਭ ਤੋਂ ਉੱਤਮ ਇਸ਼ਨਾਨ ਜਿਹੜਾ ਆਤਮ ਤੀਰਥ ਹੈ, ਉੱਥੇ ਮਨ ਦਾ ਵਾਸਾ ਹੋ ਜਾਂਦਾ ਹੈ। ਨਾਮ ਦੇ ਵਿੱਚ ਮਨ ਇਸ਼ਨਾਨ ਦਾ ਸਭ ਤੋਂ ਉੱਤਮ ਇਸ਼ਨਾਨ ਹੋ ਜਾਂਦਾ ਹੈ। ਤੇ ਇਸ ਅਵਸਥਾ ਦੇ ਵਿੱਚ ਫਿਰ ਚਾਰ ਪਦਾਰਥ ਕਮਲ ਪ੍ਰਕਾਸ਼, ਮਨ ਕਮਲ ਦੀ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਹੈ। ਚਾਰ ਹੀ ਪਦਾਰਥ ਇਸ ਨੂੰ ਪ੍ਰਾਪਤ ਹੋ ਜਾਂਦੇ ਨੇ, ਧਰਮ ਅਰਥ ਕਾਮ ਮੋਕਸ਼, ਨਾਮ ਦਾ ਖਜ਼ਾਨਾ। ਸਭ ਕੈ ਮਦ ਸਗਲ ਤੇ ਉਦਾਸ, ਸਾਰਿਆਂ 'ਚ ਰਹਿ ਕੇ ਵੀ ਫਿਰ ਇੱਕ ਅਵਸਥਾ ਹੈ ਕਿ ਸਾਰਿਆਂ ਤੋਂ ਵੱਖ ਰਹਿੰਦਾ, ਨਿਰਲੇਪ ਰਹਿੰਦਾ ਹੈ। ਸੁੰਦਰ ਚਤੁਰ ਤਤ ਕਾ ਦੇਤਾ, ਇਸੇ ਨੂੰ ਫਿਰ ਸੁੰਦਰ ਕਿਹਾ ਹੈ, ਕਿਉਂਕਿ ਮਨ ਫਿਰ ਪ੍ਰਕਾਸ਼ ਰੂਪ ਅਨੂਪ ਹੋ ਜਾਂਦਾ, ਅਤ ਸੁੰਦਰ ਹੋ ਜਾਂਦਾ ਹੈ, ਸਿਆਣਾ ਹੋ ਜਾਂਦਾ। ਚਤੁਰ ਕਹਿਤਾ ਸਿਆਣਾ, ਤਤ ਕਾ ਵੇਤਾ ਫਿਰ ਹਰੀ ਦਾ, ਕਿਉਂਕਿ ਪ੍ਰਕਾਸ਼ ਤੋਂ ਪੈਦਾ ਹੁੰਦਾ ਹੈ, ਪ੍ਰਕਾਸ਼ ਹੀ ਹੋ ਜਾਂਦਾ, ਇਸ ਕਰਕੇ ਉਸ ਪਰਮੇਸ਼ਰ ਦਾ ਪੁੱਤਰ ਕਹਿ ਸਕਦੇ ਆਪਾਂ। ਸਮਦਰਸ਼ੀ ਇੱਕ ਦ੍ਰਿਸ਼ਟੇਤਾ, ਕਿਉਂਕਿ ਪ੍ਰਗਟ ਹੈ, ਸਮਦਰਸ਼ੀ ਹੋ ਜਾਂਦਾ ਹੈ ਕਿ ਸਾਰੇ ਪ੍ਰਭੂ ਹੀ ਨਜ਼ਰ ਆਉਂਦਾ ਹੈ, ਇੱਕ ਹੀ ਇੱਕ ਦ੍ਰਿਸ਼ਟ ਹੋ ਜਾਂਦਾ ਤੇ ਇੱਕ ਹੀ ਨਜ਼ਰ ਆਉਂਦਾ ਹੈ। ਇਹ ਫਲ ਤਿਸ ਜਨ ਕੈ ਮੁਖ ਬਣੇ, ਇਹ ਫਲ ਜਿਸ ਜਨ ਨੂੰ ਇਹ ਪ੍ਰਾਪਤ ਹੁੰਦਾ ਹੈ ਉਹਦੇ ਦੁਆਰਾ ਫਿਰ ਦਿੱਤਾ ਜਾਂਦਾ ਹੈ, ਉਹਦੇ ਮੁਖੋਂ ਇਹ ਦਿੱਤਾ ਜਾਂਦਾ ਹੈ। ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਉਹਨਾਂ ਦੇ ਵੱਲੋਂ ਫਿਰ ਦਿੱਤਾ ਗੁਰ ਦਾ ਗਿਆਨ ਹੈ। ਪਰ ਕਹਿੰਦੇ ਮਨ ਜੇ ਸੁਣੇਗਾ ਫਿਰ ਉਹਨਾਂ ਨੂੰ ਵੀ ਉਸ ਪ੍ਰਭੂ ਦਾ ਗਿਆਨ ਹੋ ਜਾਂਦਾ ਹੈ, ਕਿਉਂਕਿ ਆਪ ਪ੍ਰਭੂ ਨੇ ਇਹ ਪਦਾਰਥ ਉਹਨੂੰ ਬਖਸ਼ੇ ਹੋਏ ਨੇ, ਆਪਣਾ ਬਣਾ ਲਿਆ ਹੈ, ਆਪ ਪ੍ਰਗਟ ਰਹਿੰਦਾ ਹੈ, ਅੱਠੇ ਪੈਰ ਸਾਹਮਣੇ ਹੈ। ਇਹ ਨਿਦਾਨ ਜਪੈ ਮਨ ਕੋਈ, ਇਹ ਖਜ਼ਾਨਾ ਫਿਰ ਜਦੋਂ ਜਪਦਾ ਹੈ, ਪਰ ਬਿਰਲੇ ਨੇ ਜਪਦੇ ਨੇ ਇਸ ਨੂੰ, ਕਿਉਂਕਿ ਵਿਰਲਿਆਂ ਨੂੰ ਮਾਲਕ ਦਿੰਦਾ ਹੈ। ਸਭ ਯੁੱਗ ਮੈਂ ਤਾਕੀ ਕਤ ਹੋਏ, ਅੱਜ ਤੋਂ ਨਹੀਂ ਸਤਯੁਗ ਤੋਂ ਹੀ ਇਹ ਖਜ਼ਾਨਾ ਹੈ। ਜਦੋਂ ਜਿਨ੍ਹਾਂ ਤੇ ਮਾਲਕ ਨੇ ਖੁਸ਼ ਹੋ ਕੇ ਖਜ਼ਾਨਾ ਦਿੱਤਾ, ਫਿਰ ਉਹਨਾਂ ਨੇ ਅੱਗੇ ਦਿੱਤਾ। ਜੇਕਰ ਖਜ਼ਾਨਾ ਮਿਲ ਗਿਆ ਅੱਗੇ ਨਹੀਂ ਦਿੰਦੇ, ਵਪਾਰ ਨਹੀਂ ਕਰਦੇ, ਫਿਰ ਵੀ ਅਸੀਂ ਪ੍ਰਭੂ ਨੂੰ ਨਹੀਂ ਪਾਉਂਦੇ। ਪਰ ਜਪੇਗਾ ਕੌਣ ਜਦੋਂ ਇਹ ਪ੍ਰਭੂ ਖਜ਼ਾਨਾ ਦਿੰਦਾ ਹੈ, ਜਦੋਂ ਸਾਨੂੰ ਆਪਣੀ ਸੇਵਾ ਚਲਾਉਂਦਾ ਹੈ। ਜੇ ਫਿਰ ਅਸੀਂ ਨਹੀਂ ਜਪਦੇ, ਅਸੀਂ ਨਹੀਂ ਗਿਆਨ ਦਿੰਦੇ, ਫਿਰ ਸਾਨੂੰ ਸਜ਼ਾ ਵੀ ਮਿਲਦੀ ਹੈ, ਕਿਉਂਕਿ ਅਸੀਂ ਫਿਰ ਉਸ ਪ੍ਰਭੂ ਦੇ ਸ਼ਰੀਕ ਬਣ ਜਾਂਦੇ ਹਾਂ। ਅਸੀਂ ਆਪਣੀ ਮੱਤ ਵਾਲਾ ਚੱਲਦੇ ਹਾਂ, ਕਿਉਂਕਿ ਪ੍ਰਭੂ ਦਾ ਹੁਕਮ ਹੈ ਕਿ ਤੁਸੀਂ ਵਰਤਾਓ, ਖਾਵੋ, ਖਰਚੋ, ਤੁਹਾਨੂੰ ਤੋਟ ਨਹੀਂ ਆਏਗੀ। ਤੁਸੀਂ ਦੇਖੋ ਜਿਸ ਕੀ ਵਾਸਤੇ ਆਗਾ ਰੱਖ ਹੈ, ਸਾਰਿਆਂ ਦੀ ਵਸਤੂ ਹੈ ਇਹ ਨਾਮ, ਸਾਰਿਆਂ ਦਾ ਹੈ, ਹਰ ਇੱਕ ਦੇ ਅੱਗੇ ਰੱਖ ਇਹ ਗਿਆਨ ਦੇ। ਜਿਸ ਕੀ ਵਾਸਤੇ ਆਗੇ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮਤ ਹੈ। ਇਸ ਪ੍ਰਭੂ ਦੀ ਆਗਿਆ ਨੂੰ ਮੰਨਣਾ ਹੈ, ਉਸ ਤੇ ਚੌਕਣ ਕਰੇ ਨੇ ਹਾਲ। ਜਦੋਂ ਅਸੀਂ ਇਹ ਕਰਦੇ ਹਾਂ ਤੇ ਪ੍ਰਭੂ ਹੋਰ ਉਸ ਤੋਂ
4 ਗੁਣਾ ਜ਼ਿਆਦਾ ਨਿਹਾਲ ਕਰਦਾ ਹੈ, ਹੋਰ ਖਜ਼ਾਨਾ ਬਣਦਾ ਹੈ। ਜੇ ਅਸੀਂ ਨਹੀਂ ਵਰਤਾਵਾਂਗੇ ਫਿਰ ਸਾਤੋਂ ਖੋ ਕੇ ਦੂਜੇ ਨੂੰ ਲਾ ਦੇਗਾ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਉਹਨਾਂ ਦੀ ਹਰ ਯੁੱਗ ਦੇ ਵਿੱਚ ਗਤ ਹੋਈ ਹੈ, ਕਿਉਂਕਿ ਜੋ ਵੀ ਆਇਆ ਉਹਨਾਂ ਆ ਕੇ ਇਹ ਗਿਆਨ ਦਿੱਤਾ ਹੈ। ਕਿਸੇ ਵੀ ਯੁੱਗ ਦੇ ਵਿੱਚ ਆਏ, ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਤੇ ਕਲਯੁਗ ਦੇ ਵਿੱਚ ਤਾਂ ਬਹੁਤ ਸਾਰੇ ਪੀਰ ਪੈਗੰਬਰ ਆਏ ਜਿਨ੍ਹਾਂ ਨੇ ਇਹ ਗਿਆਨ ਵਰਤਾਇਆ ਹੈ, ਤੇ ਸਤਿਗੁਰੂ ਜੀ ਆਏ, ਭਗਤਾਂ ਨੇ ਇਹ ਗਿਆਨ ਵਰਤਾਇਆ ਹੈ। ਗੁਣ ਗੋਬਿੰਦ ਨਾਮ ਧੁਨ ਬਾਣੀ, ਜਿਹੜਾ ਗੁਣ ਹੈ ਗੋਬਿੰਦ ਦਾ, ਇਹ ਨਾਮ, ਇਹ ਧੁਨ ਬਾਣੀ ਹੈ। ਕੀ ਹੁੰਦਾ ਹੈ ਧੁਨ? ਆਵਾਜ਼। ਕਿ ਸਾਧੂ ਜਨ ਆਵਾਜ਼ ਦਿੰਦੇ ਨੇ, ਗਿਆਨ ਦਿੰਦੇ ਨੇ ਕਿ ਕਿਵੇਂ ਆਪਾਂ ਪ੍ਰਭੂ ਦੇ ਵਿੱਚ ਸਮਾਉਣਾ ਹੈ, ਕਿਵੇਂ ਆਪਾਂ ਆਪਣੇ ਘਰ ਵਿੱਚ ਜਾਣਾ ਹੈ। ਤੇ ਅਸੀਂ ਉਹਨਾਂ ਦੀ ਆਵਾਜ਼ ਨੂੰ ਸੁਣਨਾ ਹੈ ਕੰਨਾਂ ਨਾਲ। ਉਹ ਬੋਲਣਗੇ ਮੁਖ ਦੁਆਰਾ, ਕਿਉਂਕਿ ਉਹ ਆਰਾਧਦੇ ਨੇ ਗੁਰੂ ਨੂੰ, ਉਹ ਸਾਨੂੰ ਮੁਖ ਦੁਆਰਾ ਕਹਿ ਦੱਸਣਗੇ, ਤੇ ਅਸੀਂ ਕੰਨਾਂ ਨਾਲ ਸੁਣਨਾ ਹੈ ਤੇ ਨੇਤਰਾਂ ਨਾਲ ਦੇਖਣਾ ਹੈ। ਭਾਵ ਉਹ ਗਿਆਨ ਦਾ ਸੁਰਮਾ ਨੇਤਰਾਂ 'ਚ ਪਾਉਣਾ ਹੈ, ਤੇ ਉਸ ਦੁਆਰਾ ਫਿਰ ਉਸ ਨੂੰ ਗੁਣ ਕਿਹਾ ਹੈ ਮਾਲਕ ਦਾ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਇਹ ਜਿਹੜਾ ਗਿਆਨ ਹੈ ਸਿਮਰਤਾਂ ਦੇ ਵਿੱਚ, ਸਿਮਰਤੀਆਂ ਵਿੱਚ ਵੀ ਹੈ, ਸ਼ਾਸਤਰਾਂ ਦੇ ਵਿੱਚ ਵੀ ਹੈ, ਵੇਦਾਂ ਵਿੱਚ ਵੀ ਇਹ ਗਿਆਨ ਦਿੱਤਾ ਹੋਇਆ ਹੈ, ਪਰ ਅਸੀਂ ਉਸ ਨੂੰ ਸਮਝਿਆ ਨਹੀਂ। ਜੇ ਜਿਹਨੇ ਸਮਝਿਆ ਉਸ ਤੋਂ ਅਸੀਂ ਗਿਆਨ ਲੈਂਦੇ ਨਹੀਂ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਕਿਉਂਕਿ ਵੇਦਾਂ ਦੇ ਵਿੱਚ ਕਿਸੇ ਕਿਸੇ ਨੇ ਵੇਦਾਂ ਨੂੰ ਵਿਚਾਰਿਆ, ਜਿਨ੍ਹਾਂ ਨੂੰ ਇਹ ਸੋਝੀ ਆਈ ਕਿ ਨਾਮ ਕੀ ਹੈ, ਗੋਬਿੰਦ ਦਾ ਗੁਣ ਕੀ ਹੈ। ਫਿਰ ਜੀਵ ਉਹ ਸੁਣਦੇ ਨਹੀਂ, ਤੇ ਫਿਰ ਬੂਰਖਾਂ ਵਾਂਗੂ ਬਿਤਾਲੇ ਰਹਿੰਦੇ ਨੇ। ਤੇ ਜਿਨ੍ਹਾਂ ਤੇ ਦਇਆ ਕਰਦਾ ਫਿਰ ਉਹਨਾਂ ਨੂੰ ਇਹ ਗਿਆਨ ਕਰਵਾਉਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਸਗਲ ਮਤਾਂਤ ਕੇਵਲ ਹਰ ਨਾਮ। ਇਹ ਸਭ ਤੋਂ ਜਿਹੜੀ ਸ੍ਰੇਸ਼ਟ ਮਤ ਹੈ, ਗੁਰ ਦਾ ਗਿਆਨ, ਹਰੀ ਦਾ ਨਾਮ ਹੈ। ਹਾਂ, ਆਪਾਂ ਵਿਚਾਰਦੇ ਸੀ ਕਿ ਜਿਹੜੇ ਆਰਾਧਦੇ ਨੇ ਉਹ ਮੁੱਖੋਂ ਬੋਲਦੇ ਨੇ, ਸੁਣਨਾ ਕੰਨਾਂ ਦੇ ਨਾਲ, ਦੇਖਣਾ ਅੱਖਾਂ ਦੇ ਨਾਲ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਵੀ ਹਾਂ। ਆਪਣਾ ਸ਼ਾਮ ਦੇ ਰਹਿ ਰਾਸ ਦੀ ਬਾਣੀ ਦੇ ਵਿੱਚ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਢੀਆ ਵਿਰਲੇ ਕਈ ਕੇ। ਪਰ ਜਦੋਂ ਪ੍ਰਭੂ ਕਿਸੇ ਨੂੰ ਇਹ ਵਸਤੂ ਦਿੰਦਾ ਹੈ, ਵਿਰਲੇ ਵਿਰਲੇ ਨੇ, ਫਿਰ ਉਹ ਰਸਨਾ ਦੁਆਰਾ ਬੋਲਦੇ ਨੇ, ਦੂਜਿਆਂ ਨੇ ਕੰਨਾਂ ਨਾਲ ਸੁਣਨਾ ਹੈ, ਨੇਤਰਾਂ ਨਾਲ ਦੇਖਣਾ ਹੈ, ਤੇ ਜਿਹੜੇ ਉਸ ਦੇ ਨਾਲ ਜੁੜ ਜਾਂਦੇ ਨੇ, ਸਤਿਗੁਰ ਦੇ ਨਾਲ ਰੱਤੇ ਜਾਂਦੇ ਨੇ, ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਮਿਲਦੀ ਹੈ। ਗੋਬਿੰਦ ਭਗਤ ਕੈ ਮਨ ਵਿਸਰਾਮ, ਜਿਹੜਾ ਗੋਬਿੰਦ ਦਾ ਭਗਤ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਵਸਿਆ ਹੋਇਆ ਹੈ ਨਾਮ। ਇਸ ਕਰਕੇ ਉਹ ਦੂਜਿਆਂ ਨੂੰ ਫਿਰ ਇਹ ਨਾਮ ਦਾ ਸੋਝੀ ਦਿੰਦੇ ਨੇ, ਨਾਮ ਦਾ ਗਿਆਨ ਕਰਵਾਉਂਦੇ ਨੇ, ਨਾਮ ਦੀ ਪਹਿਚਾਣ ਕਰਵਾਉਂਦੇ ਨੇ। ਕੋਟ ਅਪਰਾਧ ਸਾਧ ਸੰਗ ਮਿਟੈ, ਕਰੋੜਾ ਅਪਰਾਧ, ਇੱਕ ਨਹੀਂ ਦੋ ਨਹੀਂ, ਕਰੋੜਾ ਕੀਤੇ ਅਪਰਾਧ ਸਾਧੂ ਜਿਨ੍ਹਾਂ ਦਾ ਸੰਗ ਕਰਕੇ ਜਦੋਂ ਗੁਰ ਦਾ ਗਿਆਨ ਲੈਂਦੇ ਹਾਂ। ਇਹ ਨਹੀਂ ਵੀ ਸਰੀਰ ਦਾ ਸੰਗ ਕਰ ਲਿਆ, ਸਰੀਰ ਦੇ ਨਾਲ ਚਾਹੇ ਸਾਰੀ ਉਮਰ ਰਹੋ, ਕਿਉਂਕਿ ਜਦ ਤੱਕ ਇਹ ਗੁਰ ਦਾ ਗਿਆਨ ਨੇਤਰਾਂ 'ਚ ਨਹੀਂ ਪਾਉਂਦੇ। ਜਦੋਂ ਸਾਧੂ ਜਨਾਂ ਦਾ ਸੰਗ ਕਰਕੇ ਗੁਰ ਦਾ ਗਿਆਨ ਨੇਤਰਾਂ 'ਚ ਪਾਉਂਦੇ ਹਾਂ, ਨੇੜੇ ਦੇਖਦੇ ਹਾਂ, ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ। ਤੇ ਸੰਤਾਂ ਦੀ ਕਿਰਪਾ ਨਾਲ ਜੀਵ ਜਮ ਤੇ ਛੁੱਟ ਜਾਂਦਾ ਹੈ, ਜਾ ਕੇ ਸਾਧੂ ਜਨਾਂ ਕੋਲ ਜਾ ਕੇ ਗਿਆਨ ਲੈਂਦਾ ਹੈ, ਕਰੋੜਾਂ ਅਪਰਾਧਾਂ ਦਾ ਨਾਸ ਹੋ ਜਾਂਦਾ ਹੈ। ਕਰੋੜਾਂ ਅਪਰਾਧ ਸਾਡੇ ਕੀਤੇ ਪਾਪਾਂ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ। ਜਾ ਕੇ ਮਸਤਕ ਕਰਮ ਪ੍ਰਭ ਪਾਏ, ਜਿਹਦੇ ਮਸਤਕ ਤੇ ਪ੍ਰਭੂ ਨੇ ਇਹ ਕਰਮ ਪਾਏ ਨੇ, ਸਾਧ ਸਰਨ ਨਾਨਕ ਤੇ ਆਏ। ਉਹ ਸਾਧੂ ਜਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ,
ਉਹੀ ਇਹ ਗਿਆਨ ਲੈਂਦੇ ਨੇ, ਉਹੀ ਸ਼ਰਨ ਦੇ ਆਉਣ ਦੇ ਯੋਗ ਬਣਦੇ ਨੇ, ਜਿਨ੍ਹਾਂ ਤੇ ਪ੍ਰਭੂ ਨੇ ਇਹ ਕਰਮ ਪਾਏ ਹਨ। ਜਿਸ ਮਨ ਵਸੈ ਸੁਣੈ ਲਾਇ ਪ੍ਰੀਤ। ਹੁਣ ਸਮਝਾਉਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਿਆ ਹੈ, ਉਹਨਾਂ ਦੀ ਸੁਣੋ ਪਹਿਲਾਂ, ਸੁਣ ਕੇ ਫਿਰ ਪ੍ਰੀਤ ਲਾਉਣੀ ਹੈ, ਫਿਰ ਬੋਲਣਾ ਨਹੀਂ ਹੁੰਦਾ। ਇਹਨੂੰ ਆਪਾਂ ਪੜ੍ਹਦੇ ਹਾਂ, ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਵੀ ਉਹ ਸਾਨੂੰ ਗਿਆਨ ਦੇਣਗੇ ਕਿਵੇਂ ਆਪਾਂ ਪ੍ਰਭੂ ਦੇ ਨਾਲ ਪ੍ਰੇਮ ਭਗਤੀ ਕਰਨੀ ਹੈ, ਅਸੀਂ ਸੁਣ ਕੇ ਪ੍ਰੀਤ ਪਾਉਣੀ ਹੈ। ਪਰ ਸੁਣਨੀ ਕਿਹਨਾਂ ਦੀ ਹੈ? ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਿਆ ਹੈ, ਉਹਨਾਂ ਦੀ ਸੁਣ ਕੇ ਫਿਰ ਪ੍ਰੀਤ ਪਾਉਣੀ। ਕਿਉਂਕਿ ਪ੍ਰੇਮਾ ਭਗਤੀ ਹੈ, ਗੁਰ ਦਾ ਗਿਆਨ ਲੈ ਕੇ ਨੇਤਰਾਂ ਦੁਆਰਾ ਦੇਖ ਦੇਖ ਭਗਤੀ ਹੁੰਦੀ ਹੈ। ਜਿਨ੍ਹਾਂ ਨੇ ਫਿਰ ਇਹ ਪ੍ਰੀਤ ਪਾਉਂਦੇ ਨੇ ਪ੍ਰਭੂ ਦੇ ਨਾਲ, ਨਾਮ ਦੇ ਨਾਲ, ਗੁਰ ਦੇ ਨਾਲ, ਤਿਸ ਜਨ ਆਵੈ ਹਰਿ ਪ੍ਰਭ ਜੀਤ। ਉਸ ਜਨ ਦੇ ਚਿੱਤ ਦੇ ਵਿੱਚ ਹਰੀ ਪ੍ਰਭੂ ਆ ਕੇ ਬਸਦਾ ਹੈ। ਜਨਮ ਮਰਨ ਕਾ ਦੁੱਖ ਨਿਵਾਰੈ। ਉਸ ਦਾ ਜਨਮ ਮਰਨ ਦਾ ਦੁੱਖ ਪ੍ਰਭੂ ਨਿਵਾਰ ਦਿੰਦਾ ਹੈ, ਕਿਉਂਕਿ ਉਹਦੇ ਚਿੱਤ ਵਿੱਚ ਵਸ ਜਾਂਦਾ ਹੈ। ਦੁਰਲਭ ਦੇ ਤਤਕਾਲ ਉਦਾਰ ਹੈ। ਦੁਰਲਭ ਦੇ ਦਾ ਤਤਕਾਲ ਹੀ ਉਦਾਰ ਹੋ ਜਾਂਦਾ ਹੈ। ਜਦੋਂ ਅਸੀਂ ਪ੍ਰੀਤ ਲਾਉਂਦੇ ਹਾਂ, ਪ੍ਰਭੂ ਮਨ ਵਿੱਚ ਵਸ ਜਾਂਦਾ ਹੈ ਤੇ ਸਾਡੀ ਦੁਰਲਭ ਦੇ ਦਾ ਉਦਾਰ ਹੋ ਜਾਂਦਾ, ਤਤਕਾਲ ਹੀ, ਸਮਾਂ ਨਹੀਂ ਲੱਗਦਾ। ਕਿਉਂਕਿ ਜਿਉਂ ਹੀ ਸਾਡੇ ਮਨ ਵਿੱਚ ਆ ਕੇ ਬਸਿਆ ਤੇ ਅਸੀਂ ਮੁਕਤ ਹੋ ਜਾਂਦੇ ਹਾਂ, ਅਤੇ ਸਾਡੇ ਚਿੱਤ ਵਿੱਚ ਆ ਜਾਂਦਾ ਹੈ। ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ। ਇਹ ਜਿਹੜੀ ਸੋਭਾ ਪ੍ਰਭੂ ਦੀ ਹੈ, ਇਹ ਨਿਰਮਲ ਹੈ, ਤ੍ਰੈ ਗੁਣਾ ਤੋਂ ਨਿਰਲੇਪ ਹੈ, ਕਿਉਂਕਿ ਧਿਆਨ ਮਾਰਗ ਹੈ, ਦ੍ਰਿਸ਼ਟੀ ਦਾ ਖੇਲ ਹੈ। ਇਸ ਕਰਕੇ ਇਹ ਜਿਹੜਾ ਗੁਰ ਦਾ ਗਿਆਨ ਹੈ, ਇਸ ਨੂੰ ਅੰਮ੍ਰਿਤ ਬਚਨ ਕਿਹਾ, ਅੰਮ੍ਰਿਤ ਬਾਣੀ ਕਿਹਾ ਹੈ। ਏਕ ਨਾਮ ਮਨ ਮਾਹੇ ਸਮਾਨੀ। ਕਿਉਂਕਿ ਇੱਕ ਨਾਮ ਨੂੰ ਮਨ ਦੇ ਵਿੱਚ ਕਿਵੇਂ ਵਸਾਉਣਾ ਹੈ, ਉਹਨਾਂ ਦੇ ਕਿਵੇਂ ਵਸਿਆ ਹੈ, ਉਹ ਸਾਨੂੰ ਉਹੀ ਵਿਧੀ, ਉਹੀ ਤਰੀਕਾ, ਉਹੀ ਗੁਰ ਦੱਸਦੇ ਨੇ, ਗਿਆਨ ਦੱਸਦੇ ਨੇ ਕਿ ਕਿਵੇਂ ਮਨ ਨੇ ਜਾ ਕੇ ਨਾਮ ਦੇ ਵਿੱਚ ਸਮਾਉਣਾ ਹੈ, ਕਿਵੇਂ ਨਾਮ ਪ੍ਰਗਟ ਹੁੰਦਾ ਹੈ, ਕਿਵੇਂ ਆਪਾ ਖਤਮ ਹੁੰਦਾ ਹੈ, ਕਿਵੇਂ ਆਪਣੇ ਪ੍ਰਕਾਸ਼ ਰੂਪ ਦਾ ਦਰਸ਼ਨ ਹੁੰਦੇ ਨੇ। ਇਹ ਸਾਰਾ ਗਿਆਨ ਆਪਾਂ ਕਿਉਂਕਿ ਧਿਆਨ ਦੇ ਵਿੱਚ ਹੋਣਾ ਹੈ, ਗੱਲਾਂ ਦੇ ਨਾਲ ਨਹੀਂ ਹੈ। ਗੱਲਾਂ ਨਾਲ ਕਿਸੇ ਨੇ ਪ੍ਰਭੂ ਨਹੀਂ ਪਾਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਜਦ ਤੱਕ ਅਸੀਂ ਉਹ ਸ਼ਬਦ ਜਿਹੜਾ ਸੋਹਿਲਾ ਸ਼ਬਦ ਹੈ, ਜਿਹੜਾ ਪ੍ਰਭੂ ਨੂੰ ਪਾਉਂਦਾ ਹੈ, ਉਹ ਸੱਚਾ ਗੁਰ ਅਸੀਂ ਨਹੀਂ ਸੁਣਦੇ, ਕਿਉਂਕਿ ਆਪ ਪ੍ਰਭੂ ਦਿੰਦਾ ਹੈ, ਉਦੋਂ ਤੱਕ ਅਸੀਂ ਪ੍ਰਭੂ ਨੂੰ ਨਹੀਂ ਪਾ ਸਕਦੇ। ਕਿਉਂਕਿ ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਆਪ ਪ੍ਰਭੂ ਸੁਣਾਉਂਦਾ ਹੈ ਆਪਣੇ ਜਨਾਂ ਦੀ ਰਸਨਾ ਤੋਂ। ਇਹ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ। ਜਿਹਨੂੰ ਤੁਰੋਂ ਲਿਖਿਆ ਹੈ, ਆਪ ਪ੍ਰਭੂ ਸੁਣਾਉਂਦਾ ਹੈ, ਉਹਨਾਂ ਦੇ ਮਨ ਵਿੱਚ ਵਸਦਾ ਹੈ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਸੋ ਇਸ ਕਰਕੇ ਸਮਝਾਉਂਦੇ ਨੇ ਕਿ ਉਹਨਾਂ ਦੇ ਮਨ ਵਿੱਚ ਸਮਾਇਆ ਹੈ ਤੇ ਉਹ ਗਿਆਨ ਦਿੰਦੇ ਨੇ ਕਿਵੇਂ ਨਾਮ ਨੂੰ ਮਨ ਨੂੰ ਨਾਮ ਦੇ ਵਿੱਚ ਸਮਾਉਣਾ ਹੈ। ਦੁੱਖ ਰੋਗ ਬਿਨ ਸੇਪੈ ਪਰਮ। ਫਿਰ ਜਦੋਂ ਨਾਮ ਮਨ ਨਾਮ ਵਿੱਚ ਸਮਾ ਜਾਂਦਾ ਹੈ, ਨਾਮ ਮਨ ਵਿੱਚ ਵਸ ਜਾਂਦਾ ਹੈ, ਇੱਕ ਰੂਪ ਹੋ ਜਾਂਦੇ ਹਾਂ, ਤੇ ਫਿਰ ਇਹ ਜਿਹੜੇ ਦੁੱਖ ਰੋਗ ਪਰਮ ਸੀ ਸਾਰੇ ਬਿਨਸ ਜਾਂਦੇ। ਦੁੱਖ ਰੋਗ ਬਿਨ ਸੇ ਪੈ ਪਰਮ। ਸਾਧ ਨਾਮ ਨਿਰਮਲਤਾ ਕੇ ਕਰਮ। ਉਹਦੇ ਨਿਰਮਲ ਕਰਮ ਨੇ। ਜੋ ਸਾਧ ਹੈ ਉਸਦੇ ਇਹ ਸੰਸਾਰੀ ਵੈਰ ਵਿਰੋਧ ਨਫ਼ਰਤ ਤ੍ਰੈ ਗੁਣੀ ਵਿਚਾਰਾਂ ਨਹੀਂ, ਸੰਗਤ ਦੇ ਵਿੱਚ ਪ੍ਰਭੂ ਦੀ ਸਿਫਤ ਸਲਾਹੀ, ਇਹੀ ਉਸ ਦਾ ਕਰਮ ਹੈ। ਕਿਉਂਕਿ ਨਿਰਮਲ ਕਰਮ ਹੈ, ਉਸੇ ਨੂੰ ਸਾਧੂ। ਜੇ ਬੈਠ ਕੇ ਵੈਰ ਵਿਰੋਧ ਨਫ਼ਰਤ ਦੀਆਂ ਗੱਲਾਂ, ਇੱਥੇ ਫਿਰ ਸਾਧੂ ਨਹੀਂ ਹੈ। ਕਿਉਂਕਿ ਸਾਧੂ ਨੇ ਸਾਨੂੰ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਜੋੜਨਾ ਹੈ, ਉਸਦੇ ਚਰਨਾਂ ਨਾਲ ਜੋੜਨਾ ਹੈ, ਆਪਣੇ ਜੀਵ ਨੂੰ ਆਪਣੇ ਆਪ ਨਾਲ ਜੋੜਨਾ ਹੈ, ਨਾ ਕਿ ਕਿਸੇ ਆਕਾਰ ਨਾਲ, ਨਾ ਕਿਸੇ ਅੱਖਰ ਨਾਲ, ਨਾ ਕਿਸੇ ਸਥਾਨ ਦੇ ਨਾਲ।
ਜੋ ਸਭ ਤੋਂ ਨੇੜੇ ਪ੍ਰਭੂ ਵਸਦਾ ਹੈ ਉਸ ਦੇ ਨਾਲ ਜੁੜਨਾ ਹੈ। ਇਹ ਸਾਧੂ ਜਨਾਂ ਦਾ ਕਰਮ ਹੈ। ਸਭ ਤੇ ਉੱਚ ਤਾਂ ਕੀ ਸੋਭਾ ਬਣੀ। ਹੁਣ ਸਭ ਤੇ ਉੱਚੀ ਸੋਭਾ ਹੈ ਫਿਰ ਜਿਹੜੇ ਉਸ ਪ੍ਰਭੂ ਦੇ ਨਾਲ ਜੁੜਦੇ ਨੇ, ਜਿਨ੍ਹਾਂ ਨੂੰ ਆਪ ਪ੍ਰਭੂ ਇਸ ਦੇ ਵਿੱਚ ਲਾ ਲੈਂਦਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਆਪ ਵਸਿਆ ਹੈ ਤੇ ਜਿਹੜੇ ਉਸ ਨੂੰ ਸੁਣ ਕੇ ਪ੍ਰੀਤ ਲਾਉਂਦੇ ਨੇ। ਸਭ ਤੇ ਉੱਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਇਹ ਗੁਣ ਇਹ ਨਾਮ ਦਾ, ਸੁੱਖਾਂ ਦੀ ਮਨੀ ਦਾ ਇਹ ਗੁਣ ਹੈ। ਜਿਹੜੇ ਸੁਣ ਕੇ ਪ੍ਰੀਤ ਲਾਉਂਦੇ ਨੇ ਉਹਨਾਂ ਦਾ ਮਨ ਨਾਮ 'ਚ ਸਮਾ ਜਾਂਦਾ ਹੈ, ਉਹਨਾਂ ਦੇ ਦੁੱਖ ਰੋਗ ਵਿਨਸ ਜਾਂਦੇ ਨੇ, ਭਰਮ ਖਤਮ ਹੋ ਜਾਂਦੇ ਨੇ ਤੇ ਸਭ ਤੋਂ ਉੱਚਾ ਸਥਾਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਆਪ ਪ੍ਰਭੂ ਉਸ ਉੱਚੇ ਸਥਾਨ 'ਤੇ ਬਿਠਾ ਲੈਂਦਾ ਹੈ, ਜਿਸ ਨੂੰ ਆਪਾਂ ਵਿਚਾਰ ਕੇ ਵੀ ਆਏ ਹਾਂ। ਸਭ ਤੋਂ ਉੱਚ ਪਾਏ ਅਸਥਾਨ। ਇਸ ਤਰੀਕੇ ਨਾਲ ਆਪਾਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ, ਕਿਉਂਕਿ ਇਹ ਜਨਮ ਸਾਨੂੰ ਬਾਰ-ਬਾਰ ਨਹੀਂ ਮਿਲਦਾ। ਬਹੁਤ ਸੌਖਾ ਮਾਰਗ ਹੈ, ਬਸ ਹੈ ਕਿ ਆਪਣਾ ਮਤ ਛੱਡ ਕੇ ਗੁਰ ਦੀ ਮਤ ਨੂੰ ਮਨ ਵਿੱਚ ਵਸਾਉਣਾ ਹੈ। ਗੁਰ ਦਾ ਗਿਆਨ ਲਾ ਕੇ ਪ੍ਰੀਤ ਪਾਉਣੀ ਹੈ। ਪਹਿਲਾਂ ਗੁਰ ਨਾਲ ਪ੍ਰੀਤ ਪਏਗੀ। ਗੁਰ ਨੂੰ ਕਮਾਉਂਦੇ ਕਮਾਉਂਦੇ ਪ੍ਰਕਾਸ਼ ਨਾਮ ਪ੍ਰਗਟ ਹੋ ਜਾਏਗਾ, ਨਾਮ ਦੇ ਨਾਲ ਪ੍ਰੀਤ ਪੈ ਜਾਏਗੀ। ਨਾਮ ਨੂੰ ਧਿਆਉਂਦੇ ਧਿਆਉਂਦੇ ਆਤਮ ਪ੍ਰਗਟ ਹੋ ਜਾਏਗੀ, ਆਤਮ ਦੇ ਨਾਲ ਪ੍ਰੀਤ ਪੈ ਜਾਏਗੀ। ਆਤਮ ਦੇ ਵਿੱਚ ਧਿਆਉਂਦੇ ਧਿਆਉਂਦੇ ਪਰਮਾਤਮਾ ਪ੍ਰਗਟ ਹੋ ਜਾਏਗਾ ਤੇ ਉਸ ਦੇ ਨਾਲ ਪ੍ਰੀਤ ਪੈ ਜਾਏਗੀ। ਇਹ ਅਵਸਥਾ ਨੇ। ਨਾਮ ਤੋਂ ਗੁਰ ਤੋਂ ਹੀ ਪਰਮੇਸ਼ਰ ਇੱਕ ਹੀ ਨੇ, ਲੇਕਿਨ ਇਹ ਅਵਸਥਾਵਾਂ ਨੇ ਉੱਥੇ ਤੱਕ ਪਹੁੰਚਣ ਦੀਆਂ। ਜਿਵੇਂ 4 ਅਵਸਥਾ ਸੰਸਾਰ ਦੇ ਵਿੱਚ ਨੇ, 3 ਬਾਲ, ਜਵਾਨੀ, ਬਿਰਧ, ਇੱਦਾਂ ਹੀ ਇੱਥੇ ਨੇ ਜੋ ਗਿਆਨ ਦੁਆਰਾ ਅਸੀਂ ਚੱਲਦੇ ਹਾਂ। ਗੁਰ, ਫਿਰ ਨਾਮ, ਫਿਰ ਆਤਮ, ਫਿਰ ਜਾ ਕੇ ਪਰਮਾਤਮਾ। ਸੋ ਆਓ ਹੁਣ ਆਪਾਂ ਨਾਲ ਨਾਲ ਅਭਿਆਸ ਕਰੀਏ ਤਾਂ ਕਿ ਆਪਾਂ ਵੀ ਉਸ ਸਭ ਤੋਂ ਉੱਚੀ ਉਸ ਸੋਭਾ ਨੂੰ ਪ੍ਰਾਪਤ ਕਰੀਏ। ਅਸੀਂ ਵੀ, ਤਾਂ ਕਿ ਸਾਨੂੰ ਵੀ ਪ੍ਰਭੂ ਆਪਣੇ ਜੋਗ ਬਣਾ ਲਵੇ। ਤਾਂ ਹੀ ਜੇ ਆਪਾਂ ਜਾਚਕ ਬਣਾਂਗੇ, ਸਿਰਫ ਪ੍ਰਭੂ ਦੇ ਨਾਮ ਦੇ ਜਾਚਕ। ਜਨ ਜਾਚੇ ਪ੍ਰਭ ਨਾਮ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮੰਗੂ ਤੋਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸੋ ਆਓ ਗੁਰਮੁਖ ਪਿਆਰਿਓ, ਕਿਵੇਂ ਆਪਾਂ ਕਰਨਾ ਹੈ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੋਂ, ਜਿੱਥੋਂ ਸਵਾਸ ਦੇ ਰਿਹਾ ਪ੍ਰਭੂ ਸਹਿਜ ਗੁਫਾ 'ਚ ਅੰਦਰ ਬੈਠਾ ਸਵਾਸ ਦੇ ਰਿਹਾ, ਦਿਸਦਾ ਨਹੀਂ ਕਿਉਂਕਿ ਪਰਮ ਦਾ ਪੜਦਾ ਹੈ। ਇਸ ਕਰਕੇ ਆਪਾਂ ਇਸ ਰਸਤੇ ਨੂੰ ਜਾਣਾ ਹੈ। ਇੱਧਰ ਨੂੰ ਸਿੱਧੇ ਜਾਵਾਂਗੇ ਨਹੀਂ ਨਜ਼ਰ ਆਏਗਾ। ਇਸ ਰਸਤੇ ਨੂੰ ਅੰਤਰਗਤ ਜਾਵਾਂਗੇ, ਇੱਕ ਦ੍ਰਿਸ਼ਟ ਹੋ ਕੇ ਤੇ ਪ੍ਰੀਤ ਲਾਵਾਂਗੇ, ਕਿਉਂਕਿ ਪ੍ਰੇਮ ਹੀ ਭਗਤੀ ਹੈ ਤੇ ਪ੍ਰਭੂ ਪ੍ਰਗਟ ਹੋਏਗਾ। ਆਓ ਕਿਵੇਂ ਕਰਨਾ ਹੈ। ਪਹਿਲਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਆਪੇ ਦੀ ਪਹਿਚਾਣ ਕਰਨੀ ਹੈ, ਆਪਣੇ ਆਪ ਨੂੰ ਦੇਖਣਾ ਹੈ। ਜਿਹੜੇ ਜੀਵ 'ਤੇ ਆਉਂਦੇ ਨੇ ਉਹ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣ ਤੇ ਦੇਖਣਾ ਹੁੰਦਾ ਹੈ ਕਿ ਕਿਤੇ ਸਾਡੇ ਮੁਖ 'ਤੇ ਕੋਈ ਮੈਲ ਤਾਂ ਨਹੀਂ ਲੱਗੀ। ਮੁਖ ਸਾਡਾ ਪੂਰਾ ਪ੍ਰਕਾਸ਼ ਹੈ। ਆਪਣੇ ਆਪ ਨੂੰ ਦੇਖਣਾ ਹੁੰਦਾ ਹੈ। ਤੇ ਜਿਹੜਾ ਕੋਈ ਨਵਾਂ ਜੀਵ ਹੈ ਉਸਨੇ ਦੇਖਣਾ ਹੈ ਕਿ ਮੈਨੂੰ ਨੱਕ ਨਜ਼ਰ ਆਉਂਦਾ ਜਾਂ ਨਹੀਂ, ਕਿਉਂਕਿ ਜੇ ਇੱਕ ਦ੍ਰਿਸ਼ਟ ਹੋਏਗਾ ਜੀਵ, ਨੱਕ ਨਜ਼ਰ ਨਹੀਂ ਆਏਗਾ। ਕਿਉਂਕਿ ਇੱਕ ਦ੍ਰਿਸ਼ਟ ਤੱਕ ਬਹੁਤ ਸਾਰੇ ਜੀਵ ਨੇ ਜਿਹੜੇ ਇੱਕ ਦ੍ਰਿਸ਼ਟ ਨੇ, ਜਿੱਥੇ ਦੇਵਤਾ ਅਵਸਥਾ ਹੈ, ਲੇਕਿਨ ਉਹਨਾਂ ਜੀਵਾਂ ਨੂੰ ਗਿਆਨ ਨਹੀਂ ਹੈ। ਪਰ ਜਦੋਂ ਆਪਾਂ ਇਸ ਪੁਆਇੰਟ 'ਤੇ ਧਿਆਨ ਲਾ ਕੇ ਦੇਖਦੇ ਹਾਂ, ਜੇ ਸਾਨੂੰ ਨੱਕ ਨਜ਼ਰ ਨਹੀਂ ਆਉਂਦਾ, ਅਸੀਂ ਇੱਕ ਦ੍ਰਿਸ਼ਟ ਹਾਂ। ਜੇ ਨੱਕ ਨਜ਼ਰ ਆਉਂਦਾ ਹੈ, 2 ਦ੍ਰਿਸ਼ਟ ਹਾਂ। ਜੇ ਨੱਕ ਨਜ਼ਰ ਆਉਂਦਾ, ਫਿਰ ਆਪਾਂ ਇਹ ਦੇਖਣਾ ਕਿਸ ਪਾਸੇ ਤੋਂ ਆਉਂਦਾ ਹੈ। ਸੱਜੇ ਪਾਸੇ ਆਉਂਦਾ ਹੈ ਤਮੋ ਗੁਣ ਹੈ, ਖੱਬੇ ਆਉਂਦਾ ਹੈ ਰਜੋ ਗੁਣ ਹੈ, ਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਪਹਿਚਾਨਣਾ ਹੈ। ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਤੇ ਫਿਰ ਆਪਾਂ ਸਾਹਮਣੇ ਦੇਖਣਾ ਹੈ।
ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦੇਣਾ। ਫਿਰ ਮੈਂ ਆਪ ਜੀ ਨੂੰ ਕਹਾਂਗਾ ਧਿਆਨ ਸਾਹਮਣੇ ਲੈ ਆਓ, ਫਿਰ ਬਾਪ ਸਾਹਮਣੇ। ਫਿਰ ਜਦੋਂ ਕਹਾਂਗਾ ਸਮ ਕਰਕੇ ਦੇਖੋ, ਫਿਰ ਇਸ ਪੁਆਇੰਟ ਤੇ ਦ੍ਰਿਸ਼ਟੀ ਫੋਕਸ ਕਰਕੇ ਫਿਰ ਆਪਣੇ ਆਪ ਨੂੰ ਦੇਖਣਾ ਹੈ। ਜੋ ਕੋਈ ਨਵਾਂ ਜੀਵ ਜਿਸ ਨੂੰ ਨੱਕ ਦਿਸਦਾ ਹੈ, ਉਸਨੇ ਫਿਰ ਦੁਬਾਰਾ ਆ ਕੇ ਦੇਖਣਾ ਹੈ ਕਿ ਹੁਣ ਨੱਕ ਦਿਸਣੋਂ ਹਟ ਗਿਆ, ਪਰ ਵਿਸ਼ਵਾਸ ਦੇ ਨਾਲ ਕਰਨਾ ਹੈ, ਸ਼ੰਕਾ ਨਹੀਂ ਕਰਨਾ। ਕਿਉਂਕਿ ਜੇ ਸਾਡੇ ਮਨ 'ਚ ਸ਼ੰਕਾ ਹੋਏਗਾ ਫਿਰ ਇੱਕ ਦ੍ਰਿਸ਼ਟ ਨਹੀਂ ਹੁੰਦੇ। ਇਸ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੈ। ਸੋ ਆਓ, ਪਹਿਲਾਂ ਦ੍ਰਿਸ਼ਟੀ ਨੂੰ ਫੋਕਸ ਕਰੋ, ਸਮ ਕਰੋ ਨੇਤਰ, ਆਪਣੇ ਆਪ ਨੂੰ ਦੇਖੋ। सामने लेके आओ ध्यान। मस्तक दे सामने ले जाओ, पलक उत्ते चुक दो। फिर सामने लेके आओ। फिर नक ते सम करके देखो, फिर अपने आप ਨੂੰ देखो। देखो जेकर कोई नवा जीव सी जिस नक नज़र आउंदा सी ते हुण देखो बई नक नज़र आउणा हट गया, क्योंकि जिहड़ा एक दृष्ट हो गया उसनों अपना नक नज़र नहीं आएगा। ਜਾਂ ਹਲਕਾ ਹਲਕਾ ਇੱਕ ਪਰਛਾਈ ਦੀ ਤਰ੍ਹਾਂ ਤਾਂ ਖੱਬੇ ਪਾਸੇ ਸਾ ਨਜ਼ਰ ਆ ਸਕਦਾ ਹੈ। नीचे लै जाओ ध्यान, बिल्कुल रिलैक्स नीचे लै जाओ। जो चादर विछी जिथे आप बैठे हाँ, जो थले विछया होया है ਜਾਂ फर्श है कुछ भी, उस तो थोड़ा ऊपर देखने की कोशिश करनी है। रिलैक्स होके उत्थे सानू प्रकाश अनुभव होना शुरू हो जाएगा। जिवें सरोवर दे विच लहरां हुंदियां ने जल दियां, इदां ही इत्थे प्रकाश दियां सानू लहरां एक हलचल अनुभव होएगी। ਜਿਹੜੇ ਨਵੇਂ ਜੀਵ ਨੇ ਜੋ ਪਹਿਲਾਂ ਅਭਿਆਸ ਕਰਦੇ ਨੇ ਸਮੇਂ ਦੇਰ ਤੋਂ, ਉਹਨਾਂ ਨੂੰ ਇਹ ਸਥਿਰ ਵੀ ਹੋ ਜਾਂਦਾ ਹੈ, ਸੂਖਸ਼ਮ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਹੜੀ ਸ਼ੁਰੂਆਤੀ ਹੈ ਉੱਥੇ ਸਾਨੂੰ ਇੱਦਾਂ ਅਨੁਭਵ ਹੁੰਦਾ ਹੈ। ਹੌਲੀ ਹੌਲੀ ਜਿਉਂ ਜਿਉਂ ਅਸੀਂ ਅਭਿਆਸ ਕਰਦੇ ਜਾਂਦੇ ਹਾਂ, ਸਥਿਰਤਾ ਆਉਂਦੀ ਹੈ ਅਤੇ ਉਵੇਂ ਉਵੇਂ
ये प्रकाश भी होर सूक्ष्म हो जाता है। फिर सम करके देखो अपने आप नू, दृष्टि सम करके अपने आप नू देखने की कोशिश करो। फिर नीचे लै जाओ ध्यान। फिर सम करके देखिए अपने आप नू। वाहिगुरु जी का खालसा, वाहिगुरु जी की फतेह।
ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਨਾਲ ਜੋ ਗੁਰ ਹੈ, ਜੁਗਤੀ ਹੈ ਨੇੜੇ ਦੇਖਣ ਦੀ, ਇਸ ਨੂੰ ਆਪਾਂ ਸੁਣ ਕੇ ਸਿਰਫ ਪ੍ਰੀਤ ਪਾਉਣੀ ਹੈ। ਗੁਰ ਦੇ ਨਾਲ ਨਾਮ ਪ੍ਰਗਟ ਹੋ ਜਾਏਗਾ, ਪ੍ਰਕਾਸ਼ ਦੇ ਨਾਲ, ਤੇ ਜਿਉਂ ਜਿਉਂ ਆਪਾਂ ਧਿਆਉਂਦੇ ਜਾਵਾਂਗੇ ਪ੍ਰਕਾਸ਼ ਵੱਧਦਾ ਜਾਏਗਾ, ਤੇ ਇੱਕ ਸਮਾਂ ਆਏਗਾ ਕਿ ਆਪਾਂ ਉਸ ਦੇ ਵਿੱਚ ਵਸਾਂਗੇ, ਉਹ ਸਾਡੇ 'ਚ ਵਸੇਗਾ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਇਰੇ। ਸੋ ਆਓ ਇਸ ਨੂੰ ਆਪਾਂ ਪੂਰੇ ਪ੍ਰੇਮ ਦੇ ਨਾਲ ਕਰਨਾ ਹੈ, ਵਿਸ਼ਵਾਸ ਦੇ ਨਾਲ ਕਰਨਾ ਹੈ, ਤੇ ਆਪਣੇ ਆਪ ਨੂੰ ਹੀ ਨੀਵਾਂ ਸਮਝਣਾ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਅਸੀਂ ਸਮਝਣਾ ਹੈ ਕਿ ਅਸੀਂ ਬੁਰੇ ਹਾਂ, ਸਾਰੇ ਸਾਤੋਂ ਭਲੇ ਹਾਂ। ਉਹੀ ਪ੍ਰਭੂ ਨੂੰ ਪਾਉਂਦਾ ਹੈ। ਜੇ ਕੋਈ ਆਪਣੇ ਆਪ ਨੂੰ ਭਲਾ ਕਹਾਉਂਦਾ, ਉਸ ਦੇ ਭਲਾਈ ਨੇੜੇ ਨਹੀਂ ਆਉਂਦੀ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਸੋ ਆਓ ਗੁਰੂ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।